दस जुलाई सनिचरवार की खूबसूरत शाम के आप साਰਿਆਂ ਦਾ प्रोग्राम देश प्रदेश के बलजिंदर सिंह अटवाल वालों बहुत बहुत स्वागत है। आप साਰਿਆਂ ਨੂੰ ही सत श्री अकाल। ਅੱਜ ਦੇ प्रोग्राम ਵਿੱਚ ਤੁਹਾਡੇ वास्ते 4 ਸੈਗਮੈਂਟ पेश किए जाएंगे ਅਤੇ 2 गीत पेश किए जाने हैं। गीत के नाल ही प्रोग्राम शुरू करांगे तो गीत के नाल ही खत्म करांगे। सैगमेंट्स के विच लड़ीवार सैगमेंट सिख इतिहास के पन्निਆਂ ਦੇ ਵਿੱਚੋਂ अगली किश्त पेश की जाएगी प्रोफैसर कश्मीरा सिंह जी के नाल। इस तो इलावा साडी विरासत का भी अगला सैगमेंट पेश किया जाएगा। कुकिंग सैगमेंट भी होगा। दिलचस्पियां वाले भी 2 सैगमेंट प्रोग्राम के विच शामिल किए जाएंगे। प्रोग्राम की शुरुआत करते हाँ एक धार्मिक गीत के नाल जिसनूं पेश कर रहे हैं साडे इत्थे दे कनेडियन कलाकार पवनजोत भाटिया उर्फ मिनी जमला। Nagrani
ਪੀਰ ਤੈਨੂੰ ਮੰਨੇ ਆਏ ਪੀਰ ਤੈਨੂੰ ਰਾਜੇ ਨਾਲ ਰਾਣੀਆਂ ਤੇਰਾ ਜਸ ਗਾਇਆ ਦਾਤਾ ਕਰਤ ਤਾਤ ਮਾਣੀਆਂ ਦੇ ਦਵਾਰੇ ਮਾਵਾ ਤੇਰੀਆਂ ਕਹਾਣੀਆਂ ਤੇਰਾ ਜਸ ਗਾਇਆ ਦਾਤਾ ਕਰਤ ਤਾਤ ਮਾਣੀਆਂ ਦੇ ਦਵਾਰੇ ਮਾਵਾ ਤੇਰੀਆਂ ਕਹਾਣੀਆਂ ਤੇਰਾ ਜਸ ਗਾਇਆ ਦਾਤਾ ਕਰਤ ਤਾਤ ਮਾਣੀਆਂ ਦੇ ਦਵਾਰੇ ਇਹ ਗੱਲ ਤੇ ਹਰ ਕੋਈ ਜਾਣਦਾ ਹੈ ਕਿ ਸਾਡੀ ਕੌਮ ਜਿਸ ਤੇ ਅਸੀਂ ਮਾਣ ਕਰਦੇ ਹਾਂ ਵਿਦੇਸ਼ਾਂ ਦੇ ਵਿੱਚ ਆ ਕੇ ਦੁਨੀਆ ਦੇ ਹਰ ਖੇਤਰ ਦੇ ਵਿੱਚ ਜਾ ਕੇ ਆਪਣੀ ਮਿਹਨਤ ਦੇ ਨਾਲ ਔਰ ਆਪਣੀ ਹਿੰਮਤ ਦੇ ਨਾਲ ਕਾਮਯਾਬੀਆਂ ਹਾਸਲ ਕੀਤੀਆਂ, ਉਹ ਵੀ ਹਰ ਖੇਤਰ ਦੇ ਵਿੱਚ। ਬੇਸ਼ੱਕ ਉਹ ਲੇਬਰ ਕੀਤੀ ਜਾਂ ਫਿਰ ਬਿਜ਼ਨਸ ਕੀਤੇ ਜਾਂ ਫਿਰ ਸਿਆਸਤ ਦੇ ਵਿੱਚ ਵੀ ਇਹਨਾਂ ਮੁਲਕਾਂ ਦੇ ਵਿੱਚ ਬੇਮਿਸਾਲ ਕੰਮ ਕੀਤੇ ਹਨ। ਕਲਾ ਦੇ ਖੇਤਰ ਦੇ ਵਿੱਚ ਵੀ ਨਾਂ ਚਮਕਾਇਆ ਹੈ। ਐਸੇ ਹੀ ਮਹਾਨ ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਆਸਾ ਸਿੰਘ ਜੌਹਲ ਹੁਣਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਜਿਹੜੇ ਕਿ ਪਿਛਲੇ ਸੋਮਵਾਰ ਨੂੰ ਇਸ ਜਹਾਨ ਤੋਂ 98 ਸਾਲ ਦੀ ਸੰਸਾਰ ਯਾਤਰਾ ਪੂਰੀ ਕਰਕੇ ਸਵਰਗ ਸਿਧਾਰ ਗਏ। ਕਮਿਊਨਿਟੀ ਨੂੰ ਹਮੇਸ਼ਾ ਹੀ ਉਹਨਾਂ ਤੇ ਮਾਣ ਰਹੇਗਾ, ਜਿਨ੍ਹਾਂ ਨੇ ਬਚਪਨ ਦੇ ਵਿੱਚ ਹੀ ਅੰਡਰ ਏਜ ਹੁੰਦਿਆਂ ਹੋਇਆਂ ਹੀ ਕੰਮ ਅਤੇ ਮਿਹਨਤ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦਿਨਾਂ ਦੇ ਵਿੱਚ ਜਦੋਂ 35 ਸੈਂਟਸ ਪ੍ਰਤੀ ਘੰਟਾ ਤਨਖਾਹ ਹੁੰਦੀ ਸੀ, ਪਰ ਆਸਾ ਸਿੰਘ ਜੌਹਲ ਹੁਣਾਂ ਨੂੰ 25 ਸੈਂਟ ਮਿਲਦੇ ਸਨ, ਕਿਉਂਕਿ ਉਹ ਅੰਡਰ ਏਜ ਸਨ। ਸੋ ਉਹਨਾਂ ਨੇ ਬਾਅਦ ਦੇ ਵਿੱਚ ਐਸੀ ਮਿਹਨਤ ਦਾ ਸਦਕਾ ਜਿਹੜੇ ਕਿ ਮਿਲ ਦੇ ਵਿੱਚ ਕੰਮ ਕਰਦੇ ਸਨ, ਕਈ ਮਿੱਲਾਂ ਦੇ ਉਹ ਮਾਲਕ ਬਣੇ। ਸਿਰਫ ਉਹ ਕਾਮਯਾਬ ਬਿਜ਼ਨਸਮੈਨ ਹੀ ਨਹੀਂ ਸਨ, ਬਹੁਤ ਹੀ ਦਿਆਲੂ ਸੁਭਾਅ ਦੇ, ਕਾਈਂਡਨੈਸ ਦਾ ਉਹਨਾਂ ਨੇ ਕਦੀ ਪੱਲਾ ਨਹੀਂ ਛੱਡਿਆ, ਬਹੁਤ ਵੱਡੇ ਦਾਨੀ ਸਨ। ਉਹਨਾਂ ਦੇ ਤੁਰ ਜਾਣ ਦੇ ਨਾਲ ਕਮਿਊਨਿਟੀ ਨੂੰ ਇੱਕ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਕਮਿਊਨਿਟੀ ਇੱਕ ਅਨਮੋਲ ਹੀਰੇ ਤੋਂ ਵਾਂਝੀ ਹੋ ਗਈ ਹੈ। ਪਰ ਐਸੇ ਲੋਕ, ਮਹਾਨ ਵਿਅਕਤੀ ਜੋ ਕਮਿਊਨਿਟੀ ਦੇ ਵਾਸਤੇ ਮਾਰਗਦਰਸ਼ਨ ਹੁੰਦੇ ਹਨ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦੀ ਜੀਵਨੀ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਤੁਸੀਂ ਵੇਖ ਰਹੇ ਹੋ ਇਸ ਖੂਬਸੂਰਤ ਮੌਸਮ ਦੇ ਵਿੱਚ ਲੋਕ ਇੰਜੋਏ ਕਰ ਰਹੇ ਹਨ। ਪਾਰਕਾਂ ਦੇ ਵਿੱਚ ਮੁੜ ਤੋਂ ਰੌਣਕਾਂ ਪਰਤ ਆਈਆਂ ਹਨ। ਬੱਚੇ ਖੇਡ ਰਹੇ ਹਨ, ਲੋਕ ਪਿਕਨਿਕ ਕਰ ਰਹੇ ਹਨ ਔਰ ਤਰ੍ਹਾਂ ਤਰ੍ਹਾਂ ਦੇ ਸਨੈਕਸ ਇੰਜੋਏ ਕਰ ਰਹੇ ਹਨ। ਰੈਡ ਐਫਐਮ ਰਸੋਈ ਦੇ ਵਿੱਚ ਗੁਰਪ੍ਰੀਤ ਹੋਣਾ ਦੇ ਨਾਲ ਕਾਰਪੋਰੇਟ ਸ਼ੈਫ ਅੱਜ ਸਨੈਕ ਬਣਾ ਕੇ ਦਿਖਾਣਗੇ। ਕਿਹੜਾ ਸਨੈਕ ਹੈ, ਆਓ ਵੇਖਦੇ ਹਾਂ। On, check. I'm alive. Check. I'm moving. Check. Microphone. Welcome to another episode of Red FM Rasoi. मैं हाँ थाडी host गुरप्रीत गरेवाल ਅਤੇ ਮੇਰੇ ਨਾਲ ਹੈਗੇ the one and only the master celebrity chef ਰਾਜੀਵ ਅਰੋੜਾ। Hi. So ਮੈਨੂੰ ਇੱਕ ਚੀਜ਼ ਦੱਸੋ, ਅੱਜ ਕੀ ਜ਼ਬਰਦਸਤ ਬਣ ਲੱਗਾ ਹੈ ਖਾਣ ਨੂੰ? ਅੱਜ ਅਸੀਂ ਬਣਾਉਣ ਲੱਗੇ ਆ something easy. Okay. So I'm going to make a dish ਜਿਹਦਾ ਨਾਮ ਹੈ ਬੱਲੇ ਬੱਲੇ nachos. ਵਾਹ ਇਹ ਕੀਤੀ ਨਾ ਗੱਲ, ਹੁਣ ਸਾਰਿਆਂ ਦੇ ਘਰ ਬੱਲੇ ਬੱਲੇ ਹੋ ਜੂਗੀ। ਤੁਹਾਨੂੰ ਪਤਾ ਹੈ ਜਿਸ ਸ਼ੈਫ ਰਾਜੀ ਨੇ ਮੈਂ ਕੁਕਿੰਗ ਕਰਨੀ ਹੁੰਦੀ ਹੈ, ਹਾਂਜੀ, ਮੈਂ ਹਮੇਸ਼ਾ ਟਵਿਸਟ ਕਰ ਦਿੰਦਾ ਹਾਂ। ਹਾਂਜੀ, ਇਹ ਹੁਣ ਡਿਫਰੈਂਟ ਕੰਪਲੀਟ ਟਵਿਸਟ ਹੈ। ਓਕੇ, ਮੈਂ nachos ਆਪਣੇ ਘਰ ਬਣਾਵਾਂਗੇ। ਵੀ ਵਾਂਟ ਟੂ ਮੇਕ ਇਟ ਆਵਰਸੈਲਵਸ। ਓਕੇ, ਇਹ ਨਹੀਂ ਕਿ ਅਸੀਂ ਆਟਾ ਲੈ ਕੇ ਗੁੰਨ ਬੈਠਣਾ। ਹਾਂਜੀ, ਓਕੇ। I bought a tortilla from outside, but we'll fry them ਆਪਣੇ ਘਰ ਨੂੰ ਫਰਾਈ ਕਰਾਂਗੇ ਇਹਨੂੰ। ਇਹ ਚੱਲੇ ਫਰਾਈ ਕਰਨ ਵਾਸਤੇ। ਲੈਟਸ ਸੀ ਹਾਊ the oil is nice and hot. Okay, and ਤੁਸੀਂ ਕਿਹੜੇ ਤੇਲ ਦੇ ਵਿੱਚ ਫਰਾਈ ਕਰਨ ਲੱਗੇ? ਇਹ ਰੈਗੂਲਰ ਆਇਲ ਹੈ। ਰੈਗੂਲਰ ਆਇਲ, ਓਕੇ। You can use any oil. I would not recommend olive oil ऐसे। Okay. because ਇਹਨੂੰ ਬੇਕਰੀ ਕਰਨਾ ਹੈ। Vegetable oil। Vegetable oil, ਹਾਂਜੀ। Okay, so ਇਹਨੂੰ ਥੋੜੇ ਜਿਹੇ golden brown ਕਰਨੇ, ਇਦੋਂ ਜ਼ਿਆਦਾ ਨਹੀਂ। ਇਹ ਸਾਡੇ nachos ਨਿਕਲ ਲਗੇ ਬਾਹਰ। nachos ready। Okay, ਇਹਨੂੰ ਕਰੀਏ turn off। Okay, so ਹੁਣ nachos ਆਪਣੀ ਫਰਾਈ ਕਰ ਲਿਆ। ਹਾਂਜੀ, ਹੁਣ ਟਵਿਸਟ ਇੱਥੇ ਆਉਂਦਾ ਹੈ। ਹੁਣ ਪਹਿਲਾਂ ਟਵਿਸਟ ਤੇ ਇੱਥੇ ਆ ਜਾਣਾ ਹੈ। ਅੱਛਾ, ਠੀਕ ਹੈ। ਇੱਥੇ ਪਹਿਲੇ ਅਸੀਂ ਪਾਵਾਂਗੇ ਆਪਣਾ ਹਲਕਾ ਜਿਹਾ salt। Okay, ਹੁਣ ਕਰਾਂਗੇ ਅਸੀਂ ਬੱਲੇ ਬੱਲੇ। ਓਕੇ, ਇਹ ਹੈਗਾ ਸਾਡਾ ਚਾਟ ਮਸਾਲਾ। ਓਕੇ, ਇਹ ਹੈ ਲਾਲ ਮਿਰਚਾਂ ਤੇ ਹੈਗਾ ਸਾਡਾ ਜੀਰਾ ਪਾਊਡਰ। ਆਲਰਾਈਟ, ਤੇ ਅਸੀਂ ਕਰਨਾ ਹੈ ਕਿ ਇਹਨੂੰ ਅਸੀਂ ਪੂਰਾ ਮਿਕਸ ਕਰ ਦੇਣਾ ਇਹਨੂੰ। ਓਕੇ, ਇਹਦੇ ਅੰਦਰ ਮਿਕਸ ਕਰ ਦੇਣਾ ਹੈ। ਓਕੇ, ਇਹ ਮੋਸਟਲੀ ਇੰਟੈਂਸ਼ਨ ਕਹਾਂਗਾ ਕਿ ਇਸ ਲਈ ਫਰੈਸ਼ ਹੌਟ ਹੋਏ ਉਸ ਲਈ ਕਰੋ। ਅਗਰ ਤੁਸੀਂ ਪੈਕੇਟ ਵਾਲਾ ਯੂਜ਼ ਕਰਦੇ ਪਏ ਹੋ, ਯੂ ਕੈਨ ਪੁੱਟ ਇਟ ਔਨ ਐਸ ਵੈਲ, ਬਟ ਇਟ ਮੇ not be same। ਸਟਿਕ ਨਹੀਂ ਹੋਣੇ ਨਾ, ਥੋੜੇ ਸਟਿਕ ਤੇ ਹੋਣਗੇ, ਫਲੇਵਰ ਤੇ ਆ ਜਾਏਗਾ। ਹਾਂਜੀ, ਪਰ ਸ਼ਾਇਦ ਇतना ਫਲੇਵਰ ਨਾ ਆਵੇ। ਓਕੇ, ਐਂਡ ਨਾਓ give me the taste। Oh,
अगर तुम कुछ नहीं करना चाहते, हाँ जी, अगर तुम नाचोस जैसे बनाने चीज़ लगा नहीं, यू कैन जस्ट सिंपली एंजॉय दिस विद अ नाइस कड़क कड़क चाह। ओके, पर असी इन्हें करना उनके अंदर फ्लेवर बनाना था, वाओ, isn't it? oh my god, अरे चाट मसाला दा That's the whole thought is if you use the other one, ਉਹਨੇ ਨਾ ਮਜ਼ਾ ਨਹੀਂ ਆਉਂਦਾ, No. ਉਹ ਸੌਗੀ ਜਾਂਦੇ ਨੇ। Yeah. ਅਸੀਂ ਲੇਅਰ ਕਰਨ ਤੋਂ ਪਹਿਲੇ ਅਸੀਂ ਹਲਕਾ ਜਿਹਾ ਪਾਵਾਂਗੇ ਅੰਦਰ ਨਾਚੋਸ। ओके, ਨਾਲ ਹੁਣ ਇਹਦੇ ਟਵਿਸਟ ਹੈਗਾ ਹੋਰ। ਇਹ ਸਭ ਤੋਂ ਪਹਿਲੇ ਪਾਵਾਂਗੇ ਅਸੀਂ ਆਪਣੇ ਹਲਕੇ ਜਿਹੇ ਰਾਜਮਾ। ओके, ਮੇਰੇ ਕੋਲ ਰਾਜਮਾ ਪਏ ਸੀ, ਅਗਰ ਹੋਰ ਕੁਝ ਛੋਲੇ ਗਿਆ, you can use that also, no Alright. problem। ਸੋ ਹੁਣ ਜਿਹੜੇ ਰਾਜਮਾ ਹੈਗੇ ਇਹ ਜਿਹੜੇ ਇਹਨੂੰ ਤੜਕਾ ਵਾਲੇ ਹੈਗੇ, ਇਹ ਰਾਜਮਾ ਬਣੇ ਪਈ ਸੀ ਘਰ। ਅੱਛਾ ਪਹਿਲਾਂ ਹੀ ਤੜਕਾ ਲਾ ਕੇ ਰੱਖਿਆ ਹਾਂਜੀ ਹੋਇਆ ਸੀ। ਅੱਛਾ, ਘਰ ਰਾਜਮਾ ਬਣੇ ਪਈ ਸੀ ਮੇਰੇ ਕੋਲ ਹੈਗੇ, ਮੈਂ ਚਲੋ ਯਾਰ ਬੱਲੇ ਬੱਲੇ ਨਾਚੋਸ ਹੈਗੇ, ਲੈਟਸ ਇੰਜੋय। ਓਕੇ, In fact, that's the best part of the recipes जो intent ਹੁੰਦੀ share ਕਰਨ ਦੀ ਇੱਥੇ is ਕਿ you know ਇਹ ਨਹੀਂ ਕਿ you have to stick with it. ਓਕੇ, Recipe is a guideline, ਉਹ guideline ਤੁਸੀਂ follow ਕਰੋ ਤੇ ਤੁਸੀਂ enjoy ਕਰੋ। there you go। ਹਾਂਜੀ ਜੇ ਮਾੜਾ ਮੋਟਾ ਚੇਂਜ ਵੀ ਕਰਨਾ ਹੈਗਾ ਉਹ ਵੀ ਕਰ ਸਕਦੇ ਹਾਂ। ਹਾਂਜੀ, ਗਏ ਸਾਡੇ ਰਾਜਮਾ। ਓਕੇ, ਐਂਡ ਦ ਨੈਕਸਟ ਪਾਵਾਂਗੇ ਅਸੀਂ ਆਪਣੇ ਥੋੜੇ ਜਿਹੇ ਬੈਲ ਪੇਪਰ। ਓਕੇ, ਇਹ ਵੀ ਹੁਣ ਤੁਸੀਂ ਛੋਟੇ ਛੋਟੇ ਪੀਸ ਕੱਟੇ ਇਹਨਾਂ ਦੇ ਹਾਂਜੀ ਨਾ। ਛੋਟੇ ਛੋਟੇ ਪੀਸ ਕੱਟੇ ਨੇ। ਹੁਣ ਪਾਵਾਂਗੇ ਇਸ ਅੰਦਰ ਮੱਕਾ, corn। ਓ corn, ਹਾਂਜੀ already ਕਿੰਨਾ ਕਲਰਫੁਲ ਹੋ ਗਿਆ ਹੈ ਟ੍ਰੇ। ਹਾਂਜੀ, ਇਹ ਆ ਗਿਆ ਇਹਦਾ corn। ਚੰਗੀ ਤਰ੍ਹਾਂ ਲੈਟਸ enjoy it। ਇਹ ਬੱਚਿਆਂ ਨੇ ਖਾਣੇ ਆ ਤੇ ਲੈਟਸ ਮੇਕ ਇਟ ਐਜ਼ ਹੈਲਦੀ ਐਜ਼ ਵੀ ਕੈਨ। ਓਕੇ, ਇਹ ਡਾਈਸ ਕੀਤੇ ਟਮਾਟਰ ਹੈਗੇ, ਹੈਗੇ ਟਮਾਟਰ ਅੰਦਰ। ਹੁਣ ਇਹ ਚੱਲਿਆ ਆਪਣਾ ਪਨੀਰ ਅੰਦਰ। ਅੱਛਾ ਪਨੀਰ ਨਾਚੋਸ ਤੇ। ਹਾਂਜੀ ਪਨੀਰ ਨਾਚੋਸ। Okay. ਇਹ ਹੈਗੇ ਆਪਣੇ ਫੁੱਲ ਟੂ ਬੱਲੇ ਬੱਲੇ। ਓ ਬੱਲੇ, ਹਾਂ। I didn't expect this at all। And now how spicy you want it? ਇੱਥੇ ਮੇਰੇ ਕੋਲ ਹੈਗੇ jalapenos। ਓਕੇ, Pickled jalapenos ਹੈਗੇ ਮੇਰੇ ਕੋਲ। I want to add that। ਅਗਰ jalapenos ਨਹੀਂ ਪਾਣੇ ਤਾਂ ਕੋਲ ਮਿਰਚਾਂ ਹੈਗੀਆਂ, I want to put green chili, you can put green chili also। ਮੈਂ pickled jalapenos ਹਲਕਾ ਜਿਹਾ ਖੱਟੇ ਹੁੰਦੇ ਹਾਂਜੀ, ਤੇ ਇਸ ਹੋਲ ਸਵਾਦ ਦਿੰਦੇ ਨੇ। ਓਕੇ, ਤੇ pickled jalapenos ਪਾ ਲਗਾਵਾ। very And if you nice। don't want, you don't have to put at all। ਓਕੇ, ਸੋ ਬੇਸਿਕਲੀ ਆਪਣੀ ਚੋਇਸ ਹੈ, ਜੇ ਹਾਂਜੀ। ਜ਼ਿਆਦਾ ਸਪਾਈਸੀ ਨਹੀਂ ਚਾਹੀਦਾ ਹੈਗਾ ਫਿਰ ਭਾਵੇਂ ਰਹਿਣ ਦਿਓ ਹਾਂ, ਤੁਸੀਂ। ਓਕੇ, ਰਹਿਣ ਦਿਓ ਤੁਸੀਂ, ਨਾ ਪਾਓ ਅੰਦਰ। ਗੁੱਸੇ ਨਹੀਂ ਹੋਣਾ, ਹਾਂਜੀ। ਨਹੀਂ ਪਾਉਣੇ ਤਾਂ ਨਾ ਨਾ ਪਾਓ। ਹੁਣ ਮਜ਼ੇ ਤੇ ਹੁਣ ਪਾਣੀ ਅਸੀਂ ਆਪਣੀ ਚੀਜ਼। ਓਕੇ, ਇਹ ਹੈਗੀ ਸਾਡੀ ਮੋਜ਼ਰੇਲਾ। ਓਕੇ, ਇਹ ਵੀ ਤੁਸੀਂ ਬਹੁਤ ਫਾਈਨਲੀ ਇਹਨੂੰ ਗ੍ਰੇਟ ਕੀਤਾ ਹੋਇਆ ਇਹ ਹੈ। ਗ੍ਰੇਟਰ ਪਿਆ ਸੀ ਘਰ, ਮੈਂ ਸ਼ੈਫ ਹੈਗਾ ਵਾਂ। ਅੱਛਾ, I like to do it। ਓਕੇ, You don't have to do it, don't have to worry about it। Yeah. You can buy pre-grated, ਬਾਹਰੋਂ ਮਿਲ ਜਾਂਦਾ ਹੈ, ਤੁਸੀਂ ਉਹ ਯੂਜ਼ ਕਰ ਸਕਦੇ ਹੋ। ਓਕੇ, ਹੁਣ ਪਾਣੀ ਆਪਣੀ ਅੰਦਰ ਚੈਡਰ ਚੀਜ਼। ਓਕੇ, ਓ ਦੈਟਸ ਅ ਲੋਟ ਆਫ ਚੀਜ਼। ਹੁਣ ਇਹਨੂੰ ਕਰਨਾ ਸੀ ਸੈਕੰਡ ਲੇਅਰ। ਓਕੇ, all set, all cleaned। ਇਹ ਹੁਣ ਸਾਡਾ ਜਾਏਗਾ oven ਦੇ ਅੰਦਰ ਓਕੇ, around 400 degrees। ਇਹਨੂੰ ਹੁਣ ਪਾਵਾਂਗੇ ਅਸੀਂ almost 10 ਮਿੰਟ ਵਾਸਤੇ ਅੰਦਰ। Okay, just 10 minutes। keep an eye on it। ਲਾਈਟ ਚਾਲੂ ਕਰਕੇ keep an eye। ਜਿਸੇ ਚੀਜ਼ ਚੰਗੀ ਤਰ੍ਹਾਂ ਮੈਲਟ ਹੋ ਜਾਏ, ਹਾਂਜੀ, you think you're almost ready to go। ਓਕੇ, तो चीज कलर मेल्ट हो जाए, हल्का थोड़ा रंग आ जाए उत्ते। ਓਕੇ, ਸੋ ਅਸੀਂ ਨਾਚੋਸ ਨੂੰ ਰੱਖ ਦਿੱਤਾ ਹੈ ਓਵਨ ਦੇ ਵਿੱਚ। ਹਾਂਜੀ। ਸੋ ਰਫਲੀ ਆਪਾਂ ਜਦ ਤੱਕ ਚੀਜ਼ ਮੈਲਟ ਨਹੀਂ ਹੁੰਦੀ ਉਨੀ ਹਾਂਜੀ। ਦੇਰ ਤੱਕ ਅਸੀਂ ਓਵਨ 'ਚ ਰੱਖਣਾ। ਹੁਣ ਅਸੀਂ ਬਣਾਉਣਾ ਹੈ ਸਾਲਸਾ ਤੇ ਅਸੀਂ ਪਹਿਲੇ ਸਾਲਸਾ ਲਾਵਾਂਗੇ ਟਮਾਟਰ। ਓਕੇ, I have just टमाटर ਦੇ ਰਫਲੀ ਚੌਪ ਕੀਤਾ ਹੈ ਮੈਂ। ਕੈਪਸਿਕਮ ਓਕੇ, ਨਾਲ ਪਾਵਾਂਗੇ ਤੇ ਅਸੀਂ ਨੇ ਅਨੀਅਨ। ਹੁਣ ਪਾਵਾਂਗੇ ਅੰਦਰ ਮੋਸਟ ਇੰਟਰਸਟਿੰਗ ਪਾਰਟ ਆਪਣਾ ਓਕੇ, chilies। ਓ this is मैं you can put ਜਿਹੜੀ ਮਰਜ਼ੀ ਪਾ ਸਕਦੇ ਹੋ, ਜੀ, ਨਹੀਂ ਪਾਣਾ ਨਹੀਂ ਵੀ ਪਾ ਸਕਦੇ ਹੋ, but I like it spicy। ਓਕੇ, ਤੇ ਮੈਂ ਰੈਡ ਕਲਰ ਦੀ ਸਪਾਈਸੀ ਚਿਲੀ ਪਾ ਲਗਾ ਅੰਦਰ। ਓਕੇ, this is one chili। ਇਹ ਕੁਝ ਜ਼ਿਆਦਾ ਨਹੀਂ ਸਪਾਈਸੀ ਹੋ ਜਾਣਾ? ਬਚਾ ਲੈਂਦੇ ਆ ਫਿਰ, ਨਹੀਂ ਪਾਉਂਦੇ। ਇਹ ਚਲੇਗੀ ਆਪਣੀ ਸਿਲੈਂਟਰੋ। ਓਕੇ, ਤੇ ਹੁਣ ਪਾਵਾਂਗੇ ਅੰਦਰ ਅਸੀਂ ਆਪਣਾ ਹਲਕਾ ਜਿੰਨਾ ਸਾਲਟ, ਓਕੇ, ਨਾਲ ਪਾਵਾਂਗੇ ਆਪਣਾ ਦਾ ਪੈਪਰ। ਹੁਣ ਇਹਨੂੰ ਫਿਨਿਸ਼ ਕਰਾਂਗੇ ਅਸੀਂ ਆਪਣੇ ਲੈਮਨ ਜੂਸ ਨਾਲ। ਓਕੇ, ਇੰਨਾ ਰੰਗਦਾਰ, ਇੰਨਾ ਖੁਸ਼ਬੂ ਵੀ ਜ਼ਬਰਦस्त। ਆਈ ਨੋ। ਓਕੇ, ਸੋ ਸਾਡਾ ਸਾਲਸਾ ਵੀ ਰੈਡੀ ਹੋ ਗਿਆ, ਹੁਣ ਸਾਡੇ ਨਾਚੋਸ ਵੀ ਰੈਡੀ ਹੋ ਗਏ। ਦੈਟਸ ਇਟ, ਹੁਣ ਅਸੀਂ ਖਾ ਸਕਦੇ ਹਾਂ। ਇਹਨੂੰ ਹਰਾਲੇ ਇੱਕ ਗਾਰਨਿਸ਼ ਕਰਨਾ ਹੈ ਹੁਣ। ਅੱਛਾ, ਗਾਰਨਿਸ਼ ਵੀ ਜੇ ਕਰਨਾ, ਇਹ ਤਾਂ ਉਦਾਂ ਹੀ ਵੀ ਬਹੁਤ ਖੂਬਸੂਰਤ ਲੱਗਦਾ ਪਿਆ ਹੈ, ਜੇ ਹੋਰ ਇਹਨੂੰ ਖੂਬਸੂਰਤ ਬਣਾਉਣਾ। ਇਹਨੂੰ ਹੋ ਜਾ ਮਜ਼ਾ ਕਰਨੇ ਆ। I want to take a selfie with this dish।
Okay, so ਸਾਡਾ ਡਿਸ਼ ਬਣ ਗਿਆ ਹੈ ਹੁਣ ਟਾਈਮ ਆ ਗਿਆ ਟੇਸਟ ਕਰਨ ਵਾਸਤੇ Yes. I'm so excited. All right, so ਦੇਖੋ ਆ ਦੇਖੋ ਚਿਪ ਦੇ ਵਿੱਚ ਸਾਰਾ ਕੁਝ ਆਇਆ ਪਿਆ There we go. Cheers. Cheers. There's a huge difference in these nachos and ਜਿਹੜੇ ਬਾਹਰ ਮਿਲਦੇ ਆ ਜਿਹੜੀ ਗੱਲ ਤੁਸੀਂ ਕਹੀ ਸੀਗੀ about the ਜਿਹੜੇ chips ਹੈਗੇ ਜੇ ਘਰੇ ਬਣਾਓ completely changes the game 100% it changes the game ਇੰਨੀ crisp Yes. ਅਤੇ ਜਿਹੜਾ ਤੁਸੀਂ ਟਵਿਸਟ ਪਾਇਆ ਮਸਾਲਿਆਂ ਦਾ ਨਾ ਓ ਮਾਈ ਗੁੱਡਨੈਸ ਉਹ ਤਾਂ ਬਸ ਜੀਭ ਦੇ ਉੱਤੇ ਨਾ ਜਿੱਦਾਂ ਪੂਰੀ ਭੰਗੜਾ ਟੀਮ ਡਾਂਸ ਕਰਦੇ ਆ it just flavor it's just a gush of flavor You can hear all the drums playing now. Isn't it? hats off you know what अपना पूरा टोल हो जाए अंदर. exactly so hats off to you ਇੰਨਾ ਵਧੀਆ recipe and ਇੰਨਾ easy ਸੀਗਾ ਹਾਂਜੀ. ਜਿਹੜੇ ਸਾਰੇ ਸਾਡੇ viewers ਘਰੇ try ਕਰ ਸਕਦੇ ਆ thank you so much Or my pleasure. once again thank you guys so much and ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਦੇ ਰੈਸਿਪੀ ਨੂੰ enjoy ਕੀਤਾ ਹੋਗਾ ਹੋਰ ਵੀ enjoyment ਹੋਗੀ ਜਦੋਂ ਤੁਸੀਂ ਘਰ ਬਣਾ ਕੇ ਇਹਨੂੰ ਖਾਓਗੇ till next time bye bye Ciao. Enjoy. ਪਾਰਕਾਂ ਦੇ ਵਿੱਚ ਜਿੱਥੇ ਪਰਿਵਾਰ ਆਉਂਦੇ ਹਨ ਬੱਚੇ ਆਉਂਦੇ ਹਨ ਔਰ ਬਜ਼ੁਰਗ ਵੀ ਆਉਂਦੇ ਹਨ ਬਜ਼ੁਰਗ ਅਕਸਰ ਆਪਣਾ ਟਾਈਮ ਪਾਸ ਕਰਨ ਦੇ ਵਾਸਤੇ ਆਉਂਦੇ ਹਨ ਬਜ਼ੁਰਗਾਂ ਦੇ ਬਜ਼ੁਰਗ ਜਿਹੜੇ ਹਨ ਉਹ ਮਿੱਤਰ ਬਣੇ ਹੋਏ ਹਨ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਹਨ ਕੌੜੀਆਂ ਕਸੈਲੀਆਂ ਗੱਲਾਂ ਵੀ ਸਾਂਝੀਆਂ ਕਰਦੇ ਹਨ ਉਹਨਾਂ ਦੇ ਕੌੜੇ ਤਜਰਬੇ ਕਹਿੰਦੇ ਨਹੀਂ ਹੁੰਦੇ ਕਿ ਜਿਵੇਂ ਛੋਟਾ ਬੂਟਾ ਪੱਟ ਕੇ ਦੂਜੀ ਜਗ੍ਹਾ ਤੇ ਲਾਉਣਾ ਆਸਾਨ ਹੁੰਦਾ ਹੈ ਜਿੱਡਾ ਵੱਡਾ ਦਰਖਤ ਹੋਵੇਗਾ ਉਹਨੂੰ ਤੁਸੀਂ ਪੱਟ ਕੇ ਦੂਜੀ ਜਗ੍ਹਾ ਤੇ ਲਾਓਗੇ ਤਾਂ ਉਹ ਮੁਰਝਾ ਜਾਵੇਗਾ ਸੁੱਕ ਵੀ ਸਕਦਾ ਹੈ ਇਸੇ ਤਰ੍ਹਾਂ ਵੱਡੀ ਉਮਰ ਦੇ ਵਿੱਚ ਜਦ ਤੁਸੀਂ ਦੂਸਰੇ ਮੁਲਕਾਂ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਐਡਜਸਟ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਤੁਸੀਂ ਹਮੇਸ਼ਾ ਹੀ ਆਪਣੇ ਪਿੱਛੇ ਨੂੰ ਝੂਰਦੇ ਹੋ ਉਸ ਮਾਹੌਲ ਨੂੰ ਝੂਰਦੇ ਹੋ ਜਿੱਥੇ ਤੁਸੀਂ ਸਰਦਾਰੀਆਂ ਦਾ ਆਨੰਦ ਮਾਣਿਆ ਆਓ ਫਿਰ ਐਸੀ ਹੀ ਗੱਲਬਾਤ ਹਾਸ ਵਿਅੰਗ ਦੇ ਰੂਪ ਦੇ ਵਿੱਚ ਜਿਸ ਦੇ ਵਿੱਚ ਸੰਜੀਦਗੀ ਵੀ ਹੈ ਅੱਜ ਦੇ ਸਾਡੀ ਵਿਰਾਸਤ ਪ੍ਰੋਗਰਾਮ ਦੇ ਵਿੱਚ ਇੱਕ ਕਵਿਤਾ ਪੇਸ਼ ਕੀਤੀ ਜਾਵੇਗੀ ਰਿਸ਼ੀ ਨਾਗਰ ਪ੍ਰੋਗਰਾਮ ਦਾ ਅਗਲਾ ਸੈਗਮੈਂਟ ਲੈ ਕੇ ਹਾਜ਼ਰ ਨੇ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਮਾਸਟਰ ਬਚਿੱਤਰ ਸਿੰਘ ਗਿੱਲ ਜੀ ਹਾਜ਼ਰ ਨੇ ਮਾਸਟਰ ਜੀ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਪਿਛਲੀ ਵਾਰ ਤੁਸੀਂ ਬਾਬੂ ਰਾਜਵਲੀ ਹੋਣਾ ਦੀ ਸਾਨੂੰ ਰਚਨਾ ਸੁਣਾਈ ਜੀ ਅੱਜ ਦੀ ਰਚਨਾ ਕੀ ਹੈ ਲੋਕਾਂ ਨੇ ਫਰਮਾਇਸ਼ ਕੀਤੀ ਹੈ ਇਹ ਬਜ਼ੁਰਗਾਂ ਦੇ ਬਾਰੇ ਚ ਹੈ ਪਰ ਇਹ ਸਾਰੇ ਬਜ਼ੁਰਗਾਂ ਬਾਰੇ ਨਹੀਂ ਮੈਂ ਸਪਸ਼ਟ ਕਰ ਦਿਆਂ ਜੀ ਇਹ ਸੁਰਜੀਤ ਸਿੰਘ ਹੇਅਰ ਹੈ ਜਿਨ੍ਹਾਂ ਦਾ ਪਿੰਡ ਕੌਂਕੇ ਆ ਉਹਨਾਂ ਨੇ ਕਈ ਸਾਲ ਪਹਿਲਾਂ ਲਿਖੀ ਸੀ ਜੀ ਤਾਂ ਉਹਨਾਂ ਨੇ ਲਿਖ ਕੇ ਮੈਨੂੰ ਮੁਨਾਸਬ ਸਮਝਿਆ ਵੀ ਮੈਂ ਠੀਕ ਬੋਲ ਸਕਦਾ ਤਾਂ ਉਹਨਾਂ ਨੇ ਮੈਨੂੰ ਇਹ ਭੇਜੀ ਜੀ ਕਈ ਵਾਰੀ ਬਜ਼ੁਰਗ ਉੱਥੋਂ ਚੰਗੀ ਐਸ਼ ਕਰਦੇ ਸਰਦਾਰੀ ਕਰਦੇ ਜਿਹਨੂੰ ਕਹਿ ਦਿੰਦੇ ਆ ਪੰਜਾਬੀ ਦਾ ਲਫ਼ਜ਼ ਹੈ ਜੀ। ਸਰਦਾਰ ਤਾਂ ਹੋਰ ਚੀਜ਼ ਹੁੰਦੀ ਹੈ ਪਰ ਐਸ਼ ਕਰਦੇ ਜਦੋਂ ਆਉਂਦੇ ਆ ਤੇ ਇੱਥੇ ਆਉਂਦਿਆਂ ਨੂੰ ਪਰਿਵਾਰ ਵੱਲੋਂ ਕਈ ਵਾਰੀ ਕੰਮਾਂ 'ਚ ਆਉਂਦਿਆਂ ਨੂੰ ਹੀ ਤੱਕ ਦਿੱਤਾ ਜਾਂਦਾ ਹੈ ਜੀ ਤਾਂ ਉਹਨਾਂ ਨੂੰ ਫਿਰ ਇੱਥੇ ਆ ਕੇ ਪਹਿਲਾਂ ਤਾਂ ਊਂ ਹੀ ਨਹੀਂ ਜੀ ਲੱਗਦਾ ਸਾਡਾ ਵੀ ਨਹੀਂ ਲੱਗਿਆ ਸੀ ਜੀ ਤਾਂ ਇਸ ਕਰਕੇ ਰਿਸ਼ੀ ਜੀ ਉਹ ਫਿਰ ਇੱਥੇ ਬਜ਼ੁਰਗਾਂ ਦੀਆਂ ਬੰਦਾ ਬਹੁਤ ਸਮਝਦਾਰ ਤੇ ਸਿਆਣਾ ਹੈ ਤਾਂ ਉਹਦੀ ਆਬਜ਼ਰਵੇਸ਼ਨ ਬੜੀ ਤਿੱਖੀ ਹੈ ਉਹਨੇ ਬਜ਼ੁਰਗਾਂ ਦੀਆਂ ਮਹਿਫਲਾਂ 'ਚ ਬਹਿ ਕੇ ਉਹਨਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਇਹ ਛੰਦ ਲਿਖਿਆ ਜੀ ਉਹ ਚੁਗਣੀ ਪੈਣੀ ਸੀ ਜਿਹੜੀ ਡਾਡੇ ਚੋਗ ਖਲਾਰੀ ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿਚਲੀ ਸਰਦਾਰੀ ਦਿਨ ਖੁਸ਼ੀਆਂ ਭਰਿਆ ਸੀ ਜਿਸ ਦਿਨ ਪੈਰ ਕੈਨੇਡਾ ਪਾਇਆ ਹਫ਼ਤੇ ਵਿੱਚ ਨੂੰ ਪੁੱਤ ਨੇ ਰਿਸ਼ਤੇਦਾਰਾਂ ਨਾਲ ਮਿਲਾਇਆ ਬਾਪੂ ਤੇ ਬੇਬੇ ਦੀ ਹੋਈ ਰਜਮੀ ਖਾਤਰਦਾਰੀ ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿਚਲੀ ਸਰਦਾਰੀ
8ਵੇਂ ਦਿਨ ਪੁੱਤ ਕਹਿੰਦਾ ਥੋੜੀ ਨੂੰ ਕੰਮ ਤੇ ਲਾਉਣਾ, ਬੇਬੇ ਘਰ ਵਿਹਲੀ ਐ ਇਸ ਨੂੰ ਡਾਈਪਰ ਲਾਉਣ ਸਿਖਾਉਣਾ। ਹੁਣ ਦਾਦੀ ਪੋਤਿਆਂ ਨੂੰ ਸਾਂਭੂ ਘਰੇ ਦਿਹਾੜੀ ਸਾਰੀ, ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿਚਲੀ ਸਰਦਾਰੀ। ਮੂੰਹ ਨੇਰੇ ਤੁਰ ਜਾਂਦੇ ਰੱਖ ਕੇ ਡਾਈਪਰ ਬੈਗ ਸਰਾਣੇ, ਰੋਟੀ ਟੁੱਕ ਕਰ ਬਚਨੋ ਨਾਲੇ ਦਿਨ ਭਰ ਸਾਂਭ ਨਿਆਣੇ। ਆਉਂਦਿਆਂ ਨੂੰ ਚਾਹ ਪਾਣੀ ਤੱਤੀ ਕਰ ਰੋਟੀ ਤਰਕਾਰੀ, ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿਚਲੀ ਸਰਦਾਰੀ। ਫਿਰ ਸਰਬਣ ਪੁੱਤ ਕਹਿੰਦਾ ਬਾਪੂ ਤੈਥੋਂ ਕਾਹਦਾ ਪਰਦਾ, ਹਰ ਬੰਦਾ ਕੰਮ ਕਰਦਾ ਇੱਥੇ ਕੰਮ ਬਿਨਾ ਨਹੀਂ ਸਰਦਾ। ਇੱਕ ਕਿਸ਼ਤਾਂ ਘਰਾਂ ਦੀਆਂ ਦੂਜੇ ਬਿੱਲ ਬੱਤੀਆਂ ਮੱਤ ਮਾਰੀ, ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿਚਲੀ ਸਰਦਾਰੀ। ਸੀ 15 ਵਰਿਆਂ ਤੋਂ ਮੇਰੀ ਹਲਦੀ ਕਿੱਲੀ ਛੱਡੀ, ਚੱਕ ਬੈਗ ਤੇ ਆਥਣ ਨੂੰ ਚੜ ਜਾ ਡਾਊਨ ਟਾਊਨ ਦੀ ਗੱਡੀ। ਹੁਣ ਝਾੜੂ ਫੇਰ ਰਹੀ ਅੱਧੀ ਰਾਤੀ ਧੌਲੀ ਦਾੜੀ, ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿਚਲੀ ਸਰਦਾਰੀ। ਜਦ ਨੂੰਹ ਨੇ ਭਰਾ ਆਪਣਾ ਪਿੰਡੋਂ ਪੜਨ ਲਈ ਮੰਗਵਾਇਆ, ਬੇਬੇ ਤੇ ਬਾਪੂ ਦਾ ਮੰਜਾ ਬੇਸਮੈਂਟ ਵਿੱਚ ਲਾਇਆ। ਹੁਣ ਬੁੱਢਿਆਂ ਹੱਡਾਂ ਨੂੰ ਰਹਿੰਦੀ ਚੜੀ ਹਮੇਸ਼ਾ ਠਾਰੀ, ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿਚਲੀ ਸਰਦਾਰੀ। ਬੁੱਕਲ ਵਿੱਚ ਲੈ ਜਿਸ ਦੇ ਰਿਹਾ ਮੈਂ ਮੂੰਹ 'ਚ ਬੁਰਕੀਆਂ ਪਾਉਂਦਾ, ਬੁੱਕਲ ਵਿੱਚ ਲੈ ਜਿਸ ਦੇ ਰਿਹਾ ਮੈਂ ਮੂੰਹ 'ਚ ਬੁਰਕੀਆਂ ਪਾਉਂਦਾ। ਕਹੇ ਟੇਬਲ ਤੇ ਬਹਿ ਕੇ ਤੁਹਾਨੂੰ ਲੰਚ ਨਹੀਂ ਕਰਨਾ ਆਉਂਦਾ, ਡਰ ਡਰ ਕੇ ਦਿਨ ਕੱਟਣੇ ਡਾਡੇ ਖੇਡੀ ਖੇਡ ਨਿਆਰੀ, ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿਚਲੀ ਸਰਦਾਰੀ। ਸੁਣੇ ਨੂੰ ਪੁੱਤ ਗੱਲ ਕਰਦੇ ਕਹਿੰਦੇ ਮਹਾਰਾਜ ਸੁਖ ਰੱਖੂ, ਬੇਬੇ ਦੇ ਬਾਪੂ ਦੀ ਪੈਨਸ਼ਨ ਕਰਦਾ ਖਰਚਾ ਚੱਕੂ, ਚੱਕ ਆਪਣੀ ਦੋਹਾਂ ਦੀ ਸਿੱਧੀ ਜਾਊ ਬੈਂਕ ਨੂੰ ਸਾਰੀ, ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿਚਲੀ ਸਰਦਾਰੀ। ਸਰਜੀਤ ਹੇਰ ਦੀ ਮੈਂ ਇੱਕ ਨਾ ਮੰਨੀ ਹੁਣ ਪਛਤਾਵਾਂ, ਸੁਰਜੀਤ ਹੇਰ ਦੀ ਮੈਂ ਇੱਕ ਨਾ ਮੰਨੀ ਹੁਣ ਪਛਤਾਵਾਂ। ਇਸ ਦੇਸ਼ ਕੈਨੇਡਾ ਤੋਂ ਚੰਗੇ ਕੌਂਕੇ ਤੇ ਜਗਰਾਵਾਂ, ਖੰਭ ਹੋਣ ਆ ਸਾਡੇ ਜੇ ਜਾਈਏ ਪਿੰਡ ਨੂੰ ਮਾਰੇ ਉਡਾਰੀ, ਜਾਈਏ ਪਿੰਡ ਨੂੰ ਮਾਰੇ ਉਡਾਰੀ, ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿੱਚ ਚਲੀ ਸਰਦਾਰੀ। ਫਿਰ ਕਿਸੇ ਨੇ ਸਮਝਾਇਆ ਉਹਨਾਂ ਨੂੰ, ਉਹ ਕਹਿੰਦਾ ਬਸ ਜਾਲ 'ਚ ਫਸ ਗਏ ਹੋ ਹੁਣ ਨਹੀਂ ਹੋਣੀ ਮਾਰੇ ਉਡਾਰੀ, ਸੁੱਖ ਮੰਗੋ ਕੈਨੇਡਾ ਦੀ ਭੁੱਲ ਜੋ ਪਿੰਡ ਵਿਚਲੀ ਸਰਦਾਰੀ। ਬਈ ਸੁੱਖ ਮੰਗੋ ਕੈਨੇਡਾ ਦੀ ਭੁੱਲ ਜੋ ਪਿੰਡ ਵਿਚਲੀ ਸਰਦਾਰੀ, ਭੁੱਲ ਜੋ ਪਿੰਡ ਵਿਚਲੀ ਸਰਦਾਰੀ, ਭੁੱਲ ਜੋ ਪਿੰਡ ਵਿਚਲੀ ਸਰਦਾਰੀ। क्या बात है मास्टर जी, बहुत मेहरबानी, ਤੁਹਾਡਾ ਬਹੁਤ ਬਹੁਤ ਧੰਨਵਾਦ। धन्यवाद। ਤੇ ਹੁਣ ਲੜੀਵਾਰ ਹਰਜਿੰਦਰ ਸਿੰਘ ਥਿੰਦ ਹੋਣਾ ਦਾ ਇੰਟਰਵਿਊ ਸੈਗਮੈਂਟ, ਜਿਸ ਦੇ ਵਿੱਚ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਐਸੀ ਵਡਮੁੱਲੀ ਜਾਣਕਾਰੀ ਸਾਂਝੀ ਕਰ ਰਹੇ ਹਨ ਜਿਹੜੀ ਕਿ ਆਮ ਤੌਰ ਤੇ ਅੱਖੋਂ ਪਰੋਖੇ ਰਹੀ ਹੈ। ਗੱਲਬਾਤ ਚੱਲ ਰਹੀ ਹੈ ਸਿੱਖ ਇਤਿਹਾਸ ਦੇ ਪੰਨਿਆਂ ਚੋਂ। ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਸਾਡੇ ਨਾਲ ਨੇ, ਦੱਸ ਰਹੇ ਨੇ ਕਿ 1748 ਤੋਂ ਬਾਅਦ ਕੀ ਡਿਵੈਲਪਮੈਂਟਸ ਹੋਈਆਂ ਸਿੱਖ ਇਤਿਹਾਸ ਦੇ ਵਿੱਚ। ਉਹਨਾਂ ਨੇ ਪਹਿਲਾਂ ਦੱਸਿਆ ਕਿ
ਪੰਜਾਬ ਗੇਟਵੇ ਹੋਣ ਕਰਕੇ ਇੰਡੀਆ ਦਾ ਜਦੋਂ ਵੀ ਮਾਰ ਪਈ, ਪੰਜਾਬੀਆਂ ਨੂੰ ਮਾਰ ਪਈ, ਉਤੋਂ ਇੱਕ ਤੋਂ ਬਾਅਦ ਇੱਕ ਹਮਲਾਵਰ ਆਉਂਦੇ ਚਲੇ ਗਏ, ਪਰ ਇਸ ਮਾਰ ਦਾ ਚੰਗਾ ਅਸਰ ਇਹ ਹੋਇਆ ਕਿ ਪੰਜਾਬੀਆਂ ਦੇ ਵਿੱਚ ਏਕਤਾ ਬਣੀ ਰਹੀ ਅਤੇ ਉਹ ਬਹਾਦਰ ਹੁੰਦੇ ਚਲੇ ਗਏ। ਲੇਕਿਨ ਇੱਕ ਜ਼ਮਾਨਾ ਇਹੋ ਜਿਹਾ ਆਇਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਪਿੱਛੋਂ ਦਾ, ਅਤੇ ਮਿਸਲਾਂ ਦਾ ਕਾਇਮ ਹੋਣਾ, ਮਿਸਲਾਂ ਦੇ ਕਾਇਮ ਹੋਣ ਤੋਂ ਬਾਅਦ ਕੀ ਹੁੰਦਾ ਹੈ, ਜਿਹੜਾ ਗੁਰਮਤਾ ਕੀਤਾ ਗਿਆ ਜਾਂ ਸਿੱਖਾਂ ਦੀ ਇੱਕ ਬਹੁਤ ਵੱਡੀ ਜਿਹੜੀ ਇੱਕ ਮਹਾਸਭਾ ਹੋਈ, ਉਸ ਦੇ ਵਿੱਚ ਕੀ ਫੈਸਲਾ ਹੋਇਆ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਪਹਿਲਾਂ ਦੇ ਕੁਝ ਸਮਾਂ ਕੀ ਕੁਝ ਇਤਿਹਾਸ ਦੇ ਵਿੱਚ ਤਬਦੀਲੀਆਂ ਆਈਆਂ ਨੇ ਕਿ ਉਦੋਂ ਕੀ ਵਾਪਰਿਆ, ਉਸ ਦੇ ਬਾਰੇ ਦੱਸ ਰਹੇ ਹਨ। ਪ੍ਰੋਫੈਸਰ ਜੀ, ਆਪਾਂ ਉੱਥੋਂ ਚਾਲੂ ਕਰੀਏ ਫਿਰ। ਜ਼ਿਆਦਾ ਥੋੜ੍ਹਾ ਵਿਸਥਾਰ 'ਚ ਮੈਂ ਇਸ ਗੱਲ ਕਰਕੇ ਕਰ ਰਿਹਾ ਕਿਉਂਕਿ ਇਹਦੀ ਗੱਲ ਬਹੁਤ ਘੱਟ ਹੋਈ ਹੋਈ ਹੈ ਇਸ ਪੀਰੀਅਡ ਦੀ। ਜਿੱਦਾਂ ਮੈਂ ਪਿਛਲੀ ਵਾਰ ਵੀ ਕਿਹਾ ਸੀ ਵੀ ਮਹਾਰਾਜਾ ਸਾਹਿਬ ਦੀ ਵੀ ਗੱਲ ਬਹੁਤ ਹੋਈ ਆ, ਗੁਰੂ ਸਾਹਿਬਾਨ ਦੀ ਗੱਲ ਵੀ ਬਹੁਤ ਹੋਈ ਆ, ਬੰਦੇ ਬਹਾਦਰ ਤੱਕ ਵੀ ਗੱਲ ਹੋਈ ਆ, ਪਰ ਆ ਜਿਹੜਾ ਵਿੱਚ 60-70 ਸਾਲ ਦਾ ਸਮਾਂ ਆ, ਇਹਦੀ ਗੱਲ ਬਹੁਤ ਘੱਟ ਹੁੰਦੀ ਹੈ। ਉਹ ਆਪਾਂ ਤਾਂ ਇਹ 'ਤੇ ਜ਼ੋਰ ਲਾਉਂਦੇ ਹਾਂ ਜੀ। ਜਿਹੜੀ ਸਿੱਖ ਮੂਵਮੈਂਟ ਦੀ ਨੇਚਰ ਸੀ ਨਾ, ਨੇਚਰ ਜਿੱਦਾਂ ਮੈਂ ਦੱਸਿਆ ਵੀ ਪਹਿਲਾਂ ਇਹ ਧਾਰਮਿਕ ਨਹੀਂ ਸੀਗੀ ਜਾ ਕੇ, ਉਹਦੇ ਨਾਲ ਇੱਕ ਦੋ ਗੱਲਾਂ ਹੋਰ ਬਹੁਤ ਕਰਨ ਵਾਲੀਆਂ ਹੈਗੀਆਂ ਵੀ ਹਿਊਮਨ ਰਾਈਟਸ 'ਤੇ ਆਪਾਂ ਗੱਲ ਕਰ ਚੁੱਕੇ ਹਾਂ ਵੀ ਸਿੱਖ ਮੂਵਮੈਂਟ ਜਿਹੜੀ ਆ ਹਿਊਮਨ ਰਾਈਟਸ ਦਾ ਪ੍ਰੀਜ਼ਰਵ ਇਹਨੇ ਬਹੁਤ ਕੀਤਾ ਹੈਗਾ। ਦੂਜਾ ਉਹਦੇ ਵਿੱਚ ਤਾਂ ਸਾਹਿਬ ਇਹ ਆ ਵੀ ਇਸ ਮੂਵਮੈਂਟ ਨੇ ਇੱਕ ਚੀਜ਼ ਖੁੱਲ੍ਹ ਕੇ ਕੀਤੀ ਆ ਵੀ ਪੋਲੀਟਿਕਸ ਜਿਹੜੀ ਆ ਉਹ ਰਿਲੀਜਨ ਦਾ ਖੁੱਲ੍ਹ ਕੇ ਹਿੱਸਾ ਆ। ਪੋਲੀਟਿਕਸ ਪਾਰਟ ਬਣਾਇਆ ਰਿਲੀਜਨ। ਬਿਲਕੁਲ। ਪਹਿਲਾਂ ਜਿਹੜੇ ਬੰਦੇ ਸੀਗੇ ਉਹ ਖੁੱਲ੍ਹ ਕੇ ਨਹੀਂ ਕਰਦੇ ਸਾਰੇ ਜਿੰਨੇ ਪੋਲੀਟੀਸ਼ੀਅਨ ਸੀਗੇ ਰਿਲੀਜਨ ਨੂੰ ਯੂਜ਼ ਕਰਦੇ ਸੀ ਸਾਰੇ। ਮਹਾਭਾਰਤ ਤੋਂ ਲੈ ਕੇ ਤੁਸੀਂ ਕਰ ਲਓ, ਹੁਣ ਮਹਾਭਾਰਤ ਦੀ ਸਾਰੀ ਲੜਾਈ ਇੱਕ ਜ਼ਮੀਨੀ ਲੜਾਈ ਸੀ ਜਿਹੜੀ ਭਰਾਵਾਂ ਦੇ ਵਿੱਚ ਸੀਗਾ ਵੀ ਇੰਨੇ ਪਿੰਡ ਤਾਂ ਇੰਨੇ ਪਿੰਡ, ਪਰ ਉਹਦੇ ਵਿੱਚ ਵੀ ਆਇਆ ਵੀ ਜੇ ਧਰਮ ਜਿਹੜਾ ਹੈਗਾ ਜੀ ਉਹ ਯੁੱਧ ਉਹ ਕੀ ਉਹਦਾ ਨਾਮ ਸੀ ਦੁਰਯੋਧਨ ਹੋਣੀ ਅਧਾਰਮਿਕ ਆ, ਤੁਸੀਂ ਧਾਰਮਿਕ ਆ, ਉਹ 'ਚ ਵੀ ਲਿਆਂਦਾ। ਪਰ ਇਹ ਜਿਹੜਾ ਹੈਗਾ ਸਿੱਖ ਮੂਵਮੈਂਟ ਨੇ ਇਹ ਖੁੱਲ੍ਹ ਕੇ ਇਸ ਗੱਲ ਨੂੰ ਕੀਤੀ, ਕਪਟਤਾ ਨਹੀਂ ਕੀਤੀ। ਉਹਨੇ ਕਿਹਾ ਨਹੀਂ, ਪੋਲੀਟਿਕਸ ਜਿਹੜਾ ਹੈਗਾ ਇਹ ਹਿੱਸਾ ਆ ਧਰਮ ਦਾ, ਧਰਮ ਜਿਹੜਾ ਹੈ ਪੋਲੀਟਿਕਸ ਦਾ ਹਿੱਸਾ ਹੈ ਔਰ ਇਹਦੇ ਆਧਾਰ ਦੇ ਉੱਤੇ ਲੜ ਗਏ। ਪਰ ਧਰਮ ਜਿਹੜਾ ਹੈਗਾ ਆ ਉਹ ਕਮਿਊਨਲ ਨਹੀਂ ਹੈ, ਇੱਦਾਂ ਨਹੀਂ ਹੈ ਵੀ ਧਰਮ ਸਾਡਾ ਹੀ ਧਰਮ ਚੱਲੂਗਾ। ਤੈਨੂੰ ਸਾਹਿਬ ਇਹੀ ਮਤਲਬ ਆ, ਤੁਸੀਂ ਦੇਖੋ 6% ਸਿੱਖ ਆ ਉਸ ਵੇਲੇ, ਮੇਬੀ 6 ਤੋਂ ਘੱਟ ਹੋਣ ਮਿਸਲਾਂ ਵੇਲੇ ਤਾਂ, ਇਹ ਤਾਂ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 6% ਜਿਹੜਾ ਸੀਗਾ ਆ ਉਹ 92% ਵਾਲਿਆਂ ਨੂੰ ਲੀਡ ਕਰ ਰਹੇ ਆ। ਲੀਡਰਸ਼ਿਪ ਸਾਰੀ ਉਹਦੇ ਹੱਥ ਕਿਉਂ ਆ? ਕਿਉਂਕਿ ਉਹਦੀ ਧਾਰਮਿਕ ਰੰਗਤ ਨਹੀਂ ਦਿੱਤੀ ਇਹਨੂੰ। ਪਰ ਉਹਦੀ ਸਿੱਖ ਜਿਹੜੀ ਮਿਸਲਾਂ ਸੀਗੀਆਂ ਇਹਨੇ ਇਸ ਮੂਵਮੈਂਟ ਨੂੰ ਇੱਦਾਂ ਤਾਂ ਸਿੱਖ ਮੂਵਮੈਂਟ ਨਹੀਂ ਬਣਨ ਦਿੱਤਾ। ਹਾਲਾਂਕਿ ਉਸ ਵੇਲੇ ਦੇ ਕੁਛ ਜਿਹੜੇ ਸ਼ਾਸਕ ਸੀ ਦਿੱਲੀ ਵਾਲੇ, ਉਹਨੇ ਜਹਾਦ ਦੀ ਕੋਸ਼ਿਸ਼ ਕੀਤੀ, ਪਰ ਜਿਹੜਾ ਹਿੰਦੂ ਪੰਜਾਬੀ ਮੁਸਲਮਾਨ ਸੀ ਉਹ ਨਹੀਂ ਉੱਠਿਆ ਉਹਦੇ ਤੇ, ਕਿਉਂਕਿ ਉਹਨੂੰ ਪਤਾ ਸੀ ਵੀ ਇਹ ਤਾਂ ਸਾਡੇ ਨਾਲ ਦੇ ਆ, ਸਾਡੇ ਨਾਲ ਸਾਂਝੀਆਂ ਕੁੱਟਾ ਖਾਂਦੇ ਆ ਜਾ ਕੇ, ਹੁਣ ਸਾਡੀਆਂ ਜ਼ਮੀਨਾਂ ਦੀ ਰਾਖੀ ਕਰਦੇ ਆ। ਉਹ ਸਿੱਖਾਂ ਦੀ ਤਾਂ 6% ਜ਼ਮੀਨਾਂ ਕਿ ਬਾਕੀ ਸਾਰੀਆਂ ਜ਼ਮੀਨਾਂ ਤਾਂ ਉਹਨੇ ਵੀ ਮੁਜ਼ਾਹਰੇ ਬਣਾਏ ਜਿਹੜੇ ਮਾਲਕ ਸੀਗੇ ਜਾ ਕੇ। ਸੋ ਇਸ ਕਰਕੇ ਇਹ ਮੂਵਮੈਂਟ ਜਿਹੜੀ ਸਿੱਖ ਮੂਵਮੈਂਟ ਸੀਗੀ ਇਹ ਇੱਕ ਸੈਕੂਲਰ ਮੂਵਮੈਂਟ ਸੀ, ਪਰ ਉਹਨੇ ਲੈਡ ਬਾਈ ਦੀ ਸਿੱਖਾਂ ਨੇ ਲੀਡ ਕੀਤਾ ਉਹਨੂੰ। ਪਰ ਸਿੱਖਾਂ ਨੇ ਇੱਕ ਪੰਜਾਬੀ ਮੂਵਮੈਂਟ ਦੇ ਤੌਰ ਤੇ ਇਹਨੂੰ ਲੀਡ ਕੀਤਾ ਜਾ ਕੇ, ਇੱਦਾਂ ਸਿੱਖ ਮੂਵਮੈਂਟ ਦੇ ਤੌਰ ਤੇ ਉਹਨੇ ਲੀਡ ਨਹੀਂ ਕੀਤਾ ਹੈਗਾ। ਫਿਰ ਤੁਸੀਂ ਦੇਖੇ ਇੱਕ ਹੋਰ ਬੜਾ ਖਾਸਾ ਆ ਸਿੱਖ ਮੂਵਮੈਂਟ ਦਾ ਜਿਹਨੂੰ ਕਿ ਇਗਨੋਰ ਕੀਤਾ ਜਾਂਦਾ, ਉਹ ਹੈਗਾ ਜੀ ਸਿੱਖ ਮੂਵਮੈਂਟ ਨੇ ਜਿਹੜਾ ਡੈਮੋਕ੍ਰੈਟਿਕ ਕੀਤਾ ਜਾਨੀ ਸਰਬੱਤ ਖਾਲਸੇ ਦੇ ਵਿੱਚ ਲਿਆ ਕੇ ਜਾ ਕੇ, ਉਹ ਬਹੁਤ ਘੱਟ ਮੂਵਮੈਂਟ ਹੈ ਜਿਹਨੇ ਇੱਦਾਂ ਕੀਤਾ। ਨਹੀਂ ਇੱਕ ਸਰਦਾਰ ਹੁੰਦਾ, ਇੱਕ ਸਰਦਾਰ ਕਹੋ ਚਲੋ ਇਹ ਹੱਲਾ ਬੋਲ ਦਿਓ, ਸਿਕੰਦਰ ਨੇ ਹੱਲਾ ਬੋਲਤਾ ਫਲਾਣਾ, ਨਹੀਂ ਫੈਸਲਾ ਕਰੋ ਪਹਿਲਾਂ ਬੈਠ ਕੇ ਇੱਥੇ ਸਾਰੇ, ਵੋਟਾਂ ਪਈਆਂ, ਪਹਿਲਾਂ ਵੋਟਾਂ ਪਾਓ ਵੀ ਕਿਹੜੀ ਲਾਈਨ ਠੀਕ ਹੈ ਜਾ ਕੇ। ਇਹ ਚੀਜ਼ ਇੰਟਰੋਡਿਊਸ ਕੀਤੀ ਉੱਥੇ, ਚਾਹੇ ਜਾ ਕੇ ਗਾਹਾਂ ਜਾ ਕੇ ਖਤਮ ਹੋ ਗਈ ਇਹ, ਪਰ ਇਹ ਇੰਟਰੋਡਿਊਸ ਹੋਈ ਉਸ ਵੇਲੇ, ਤਜਰਬਾ ਕੀਤਾ ਗਿਆ ਪੰਜਾਬ ਦੇ ਵਿੱਚ ਇਸ ਪੀਰੀਅਡ ਦੇ ਵਿੱਚ। ਸਰਬੱਤ ਖਾਲਸਾ ਮੇਰਾ ਖਿਆਲ ਹੈ ਪ੍ਰੋਫੈਸਰ ਮੈਨੂੰ ਕਰੈਕਟ ਕਰਿਓ, ਮਕਸਦ ਹੀ ਇਹ ਸੀ ਵੀ ਕੋਈ ਵੀ ਫੈਸਲਾ ਜਿਹੜਾ ਵੀ ਹੋਣਾ ਉਹ ਜਮਹੂਰੀਅਤ ਤਰੀਕੇ ਨਾਲ ਹੋਵੇ। ਬਿਲਕੁਲ, ਮੈਜੋਰਿਟੀ ਕੀ ਚਾਹੁੰਦੀ ਹੈ। ਹਾਂ ਨਹੀਂ ਠੀਕ ਹੈ ਤੁਹਾਡੀ ਇਹੀ ਸੀ, ਬਿਲਕੁਲ ਇਹੀ ਸੀ ਸਰਬੱਤ ਖਾਲਸੇ ਦਾ ਮਤਲਬ, ਇਹੀ ਮਤ ਸੀ। ਦੂਜੀ ਇਹਨਾਂ ਦੇ ਸੀ ਵੀ ਇਹਦੀ ਦਲੀਲ ਨੂੰ ਡਿਵੈਲਪ ਕੀਤਾ ਜੀ। ਹੁਣ ਜਿਹੜੇ ਰਿਲੀਜੀਅਸ ਮੂਵਮੈਂਟ ਹੈ ਉਹਨਾਂ ਦੀ ਦਲੀਲ ਦੀ ਗੱਲ ਨਹੀਂ ਆਉਂਦੀ, ਫੇਸ ਦੀ ਗੱਲ ਆਉਂਦੀ ਹੈ ਵੀ ਨਹੀਂ ਵੀ ਜੋ ਕਹਤਾ ਇਹ 'ਤੇ ਯਕੀਨ ਕਰੋ ਬਸ ਇਹ ਸਭ ਕੁਝ ਸੱਚ ਹੈ। ਪਰ ਇਹਦੀ ਪਹਿਲੇ ਗੁਰੂ ਸਾਹਿਬ ਤੋਂ ਹੀ ਇਹ ਕੰਮ ਸ਼ੁਰੂ ਹੋ ਗਿਆ ਸੀ ਵੀ ਨਹੀਂ ਵੀ ਕੁਝ ਕਹੀਏ ਕੁਝ ਸੁਣੀਏ ਨਾ, ਇੱਦਾਂ ਨਹੀਂ ਹੈ, ਕੱਲ ਗੋਸ਼ਟੀ ਕਰੋ, ਵਿਗਿਆਨਕ ਸੱਚ ਕੀ ਹੈ, ਗੋਸ਼ਟੀ ਕਰੋ, ਗੋਸ਼ਟੀ ਕਰਕੇ ਸੱਚ ਕੱਢੋ ਜਾ ਕੇ। ਸੋ ਇਹ ਸਾਰੀ ਮੂਵਮੈਂਟ ਜਿਹੜੀ ਜਦ ਗੋਸ਼ਟੀ ਕਰਦੇ ਸੀ, ਇਹ ਸਰਬੱਤ ਖਾਲਸਾ ਵੀ ਉਹ ਗੋਸ਼ਟੀ ਦੀ ਡਿਵੈਲਪਮੈਂਟ ਹੈ। ਜਿੱਦਾਂ ਉਸ ਵੇਲੇ ਉਹ ਨਹੀਂ ਕਰਤਾ ਸੀ ਵੀ ਇੱਦਾਂ ਨਹੀਂ ਫੈਸਲੇ ਕਰਨੇ, ਫੈਸਲੇ ਤਾਂ ਗੋਸ਼ਟੀ ਕਰੋ, ਕੁਝ ਕਹੋ ਕੁਝ ਸੁਣੋ, ਕਿਸੇ ਨੂੰ ਆਪਣੀ ਗੱਲ ਦੱਸੋ। ਸੋ ਉਹੀ ਚੱਲਦਾ ਗਿਆ ਜਾ ਕੇ। ਸੋ ਇੱਕ ਇਹ ਗੱਲਾਂ ਕਲੀਅਰ ਕਰਨ ਵਾਲੀਆਂ ਸੀ। ਹੁਣ ਮੈਂ ਆਉਣਾ ਜੀ ਇਹਦੇ ਤੇ ਉਹ ਸਰਬੱਤ ਖਾਲਸੇ ਤੇ। ਹੁਣ ਇਹਦੇ ਤੇ ਵਿਦਵਾਨਾਂ ਦੇ ਵਿੱਚ ਥੋੜਾ ਜਿਹਾ ਕਾਫੀ ਹੈ ਵੀ ਸਰਬੱਤ ਖਾਲਸਾ ਸ਼ੁਰੂ ਕਦੋਂ ਹੋਇਆ।
ਮੇਰੇ ਖਿਆਲ ਦੇ ਵਿੱਚ ਸਰਬੱਤ ਖਾਲਸਾ ਜਿਹੜੀ 1699 ਦੀ ਵਿਸਾਖੀ ਦੇ ਖਾਲਸਾ ਸੀ, ਉਹੀ ਸਰਬੱਤ ਖਾਲਸੇ ਦਾ ਆਗਾਜ਼ ਸੀਗਾ। ਸਰਬੱਤ ਖਾਲਸਾ ਖਾਲਸੇ ਦੀ ਕ੍ਰੀਏਸ਼ਨ ਦੇ ਨਾਲੇ ਸ਼ੁਰੂ ਹੋ ਗਿਆ, ਜਾਂ ਕਹ ਲਓ ਸਰਬੱਤ ਖਾਲਸੇ ਨੇ ਖਾਲਸੇ ਨੂੰ ਕ੍ਰੀਏਟ ਕੀਤਾ, ਜਾਂ ਖਾਲਸੇ ਦੀ ਕ੍ਰੀਏਟ ਨੇ ਸਰਬੱਤ ਖਾਲਸੇ ਨੂੰ ਕੀਤਾ, ਪਰ ਉੱਥੋਂ ਹੀ ਸਰਬੱਤ ਖਾਲਸਾ ਸ਼ੁਰੂ ਹੋ ਗਿਆ ਜਾ ਕੇ। ਅੱਛਾ। ਸੋ ਪਹਿਲਾ ਸਰਬੱਤ ਖਾਲਸੇ ਦੀ ਮੀਟਿੰਗ ਮੈਂ ਉਹਨੂੰ ਮੰਨਦਾ ਜਾ ਕੇ, ਜਦੋਂ ਖਾਲਸੇ ਦੀ ਕ੍ਰੀਏਸ਼ਨ ਹੋਈ। ਦੂਜੀ ਸਰਬੱਤ ਖਾਲਸੇ ਦੀ ਮੀਟਿੰਗ ਹੋਈ ਆ ਜੀ, ਇਹ ਰੈਕਡ ਦੇ ਉੱਤੇ ਆ, 1708 ਦੇ ਵਿੱਚ। 1708 ਦੇ ਵਿੱਚ ਜਿਸ ਵੇਲੇ ਬੰਦੇ ਬਹਾਦਰ ਨੂੰ ਪੰਜਾਬ ਦੇ ਵਿੱਚ ਭੇਜਿਆ ਗਿਆ, ਉਹ ਗੁਰੂ ਸਾਹਿਬ ਨੇ ਹੁਕਮ ਕਰਕੇ ਨਹੀਂ ਭੇਜ ਦਿੱਤਾ। ਗੁਰੂ ਸਾਹਿਬ ਦੇ ਕੋਲ ਜਿੰਨੇ ਬੰਦੇ ਸੀ ਉਹਨੇ ਸਾਰਿਆਂ ਦੀ ਸਰਬੱਤ ਖਾਲਸੇ ਦੀ ਮੀਟਿੰਗ ਬੁਲਾਈ ਉੱਥੇ। ਪਹਿਲਾਂ ਦੇ ਪਾਸ ਕਰਾਇਆ ਗਿਆ ਉਹਦੇ ਵਿੱਚੋਂ ਵੀ ਬੰਦੇ ਬਹਾਦਰ ਨੂੰ ਇਦਾਂ ਕਰਕੇ ਪੰਜਾਬ ਦੇ ਵਿੱਚ ਭੇਜਣ ਲੱਗੇ, ਤੁਸੀਂ ਇਹਨੂੰ ਅਪਰੂਵ ਕਰਦੇ ਆ। ਉਹ ਸਾਰਿਆਂ ਨੇ ਸੈਕੰਡ ਜਿਹੜਾ ਸਰਬੱਤ ਖਾਲਸੇ ਦੀ 1708 ਦੀ ਮੀਟਿੰਗ ਦੇ ਵਿੱਚ ਇਹ ਪਾਸ ਹੋਇਆ ਸੀਗਾ ਜਾ ਕੇ ਵੀ ਜਿਹੜੀ ਹੈਗੀ ਆ ਵੀ ਠੀਕ ਹੈ ਉਹਨੂੰ ਭੇਜਿਆ ਜਾਵੇ। ਠੀਕ ਹੈ ਨਾ ਜੀ। ਅੱਛਾ, ਕਈ ਮੰਨਦੇ, ਕਈ ਇਹ ਕਹਿੰਦੇ ਆ ਵੀ ਨਹੀਂ, ਚਮਕੌਰ ਦੀ ਲੜਾਈ ਦੇ ਵਿੱਚ ਵੀ ਜਿਸ ਵੇਲੇ ਗੁਰੂ ਸਾਹਿਬ ਖੁਦ ਸ਼ਹੀਦ ਹੋਣਾ ਚਾਹੁੰਦੇ ਸੀਗੇ, ਉਸ ਵੇਲੇ ਜਾਂ ਮੀਟਿੰਗ ਕੀਤੀ, ਉਹ ਸਰਬੱਤ ਖਾਲਸੇ ਦੀ ਮੀਟਿੰਗ ਨਹੀਂ ਸੀ, ਉਹ ਪੰਜਾਂ ਪਿਆਰਿਆਂ ਦੀ ਸੀ। ਉਹਨੂੰ ਮੈਂ ਇੱਦਾਂ ਸਮਝਦਾ, ਉਹ ਤਾਂ ਹੁਕਮ ਸੀ। ਹਾਂ, ਹੁਕਮ ਸੀ। ਅੱਛਾ ਚਲੋ, ਹੁਣ ਅਗਲੀ ਮੀਟਿੰਗ ਜਿਹੜੀ ਹੁੰਦੀ ਹੈ ਸਰਬੱਤ ਖਾਲਸੇ ਦੀ, ਅਗਲੀ ਮੀਟਿੰਗ ਹੁੰਦੀ ਸਰਬੱਤ ਖਾਲਸੇ ਦੀ 1720-21 ਦੇ ਵਿੱਚ, ਜਿਸ ਵੇਲੇ ਮਣੀ ਸਿੰਘ ਆ ਕੇ ਬੰਦਈਆਂ ਦਾ ਤਾਂ ਤਤ ਖਾਲਸੇ ਵਾਲਿਆਂ ਦਾ ਸਮਝੌਤਾ ਕਰਾਉਂਦੇ ਆ। ਉਹ ਤੀਜੀ ਮੀਟਿੰਗ ਸੀ ਖਾਲਸੇ ਦੀ, ਇੰਪੋਰਟੈਂਟ ਮੀਟਿੰਗ ਦੀ। ਜਿਹੜੀ ਚੌਥੀ ਮੀਟਿੰਗ ਹੋਈ ਆ, ਚੌਥੀ ਮੀਟਿੰਗ ਇਹਨਾਂ ਦੀ ਹੋਈ ਜੀ 1726 ਦੇ ਵਿੱਚ, ਜਿਸ ਵੇਲੇ ਤਾਰਾ ਸਿੰਘ ਵਾਣਿਕ ਸ਼ਹੀਦ ਕੀਤੇ ਗਏ ਅੰਮ੍ਰਿਤਸਰ ਦੇ ਵਿੱਚ। ਇਹ ਜਿਹੜਾ ਵਣ ਪਿੰਡ ਹੈ ਮੇਰਾ ਭਿੱਖੀ ਪਿੰਡ ਦੇ ਕੋਲ ਆ। ਅੱਛਾ ਜੀ। ਹਾਂ, ਉਹ ਜਿਹੜੇ ਸੇ ਉਹ ਸਾਰੀ ਰਾਤ ਲੜਦੇ ਰਹੇ। ਪਹਿਲਾਂ ਤਾਂ ਉਹਨਾਂ ਦੇ ਖਿਲਾਫ ਥੋੜੇ ਜਿਹੇ ਸੋਲਜਰ ਭੇਜੇ ਉਹਨੇ, ਇਹ ਜ਼ਕਰੀਆ ਖਾਨ ਦਾ ਟਾਈਮ ਸੀ, ਜ਼ਕਰੀਆ ਖਾਨ ਨੇ ਉਹ ਫਿਰ ਉਹਨੇ ਹਰਾਤੇ। ਫਿਰ ਜ਼ਕਰੀਆ ਖਾਨ ਨੇ 22 ਸਿੱਖਾਂ ਦੇ ਨਾਲ ਲੜਨ ਦੇ 2000 ਸੋਲਜਰ ਭੇਜਿਆ ਜੀ। ਉਹ ਫਿਰ ਸਾਰੀ ਰਾਤ ਲੜਦੇ ਰਹੇ, ਸਵੇਰ ਨੂੰ ਸ਼ਹੀਦ ਹੋ ਗਏ ਸਾਰੇ। ਉਹ ਤੋਂ ਬਾਅਦ ਫਿਰ ਖਾਲਸੇ ਦੀ ਇੱਕ ਮੀਟਿੰਗ ਹੋਈ 1726 ਦੇ ਵਿੱਚ। ਉਸ ਮੀਟਿੰਗ ਦੇ ਵਿੱਚ ਫਿਰ ਫੈਸਲੇ ਲਏ ਗਏ, 4 ਫੈਸਲੇ ਅਹਿਮ ਸੀ। ਇੱਕ ਫੈਸਲਾ ਤਾਂ ਉਹਦੇ ਵਿੱਚ ਇਹ ਲਿਆ ਜਾਵੇ ਵੀ ਸਰਕਾਰੀ ਖਜ਼ਾਨੇ ਲੁੱਟੋ। ਅੱਛਾ। ਇਹ ਲੁੱਟਣ ਦਾ ਫੈਸਲਾ ਲਿਆ ਗਿਆ, ਪਹਿਲਾ ਫੈਸਲਾ ਵੀ ਸਰਕਾਰੀ ਖਜ਼ਾਨੇ ਲੁੱਟੋ, ਇਹਦੇ ਵਿੱਚੋਂ ਜਿਹੜੇ ਹੈਗੇ ਆ ਪੈਸਿਆਂ ਦੀ ਕਮੀ ਹੈ, ਇਹ ਤੋਂ ਬਿਨਾਂ ਮੂਵਮੈਂਟ ਖੜੀ ਨਹੀਂ ਹੋਣੀ। ਦੂਜਾ ਫੈਸਲਾ ਲਿਆ ਗਿਆ ਵੀ ਸਰਕਾਰੀ ਅਸਤਬਲ ਲੁੱਟੋ, ਘੋੜਿਆਂ ਦੀ ਕਮੀ ਬਹੁਤ ਆਈ ਹੋਈ ਜਾ ਕੇ, ਸਿੰਘਾਂ ਦੇ ਕੋਲ ਘੋੜੇ ਨਹੀਂ ਹੈ, ਘੋੜੇ ਜਾ ਕੇ ਤੀਜੀ ਹੋਈ ਜਾ ਕੇ ਜੀ ਉਹਨਾਂ ਦਾ ਅਸਲਾਖਾਨਾ ਲੁੱਟਣਾ। ਅੱਛਾ, ਹਥਿਆਰ ਵੀ ਹਾਂ, ਹਥਿਆਰ ਵੀ। ਹੁਣ ਹਥਿਆਰਾਂ ਦੀ ਗੱਲ ਮੈਂ ਦੱਸਦਾ। ਹਥਿਆਰ ਜਿਹੜੇ ਸੀ ਉਸ ਵੇਲੇ ਜਿਹੜੇ ਸੀਗੇ, ਇਹ ਸਿੱਖ ਸੋਲਜਰ ਦੇ ਕੋਲ ਤਿੰਨ ਹਥਿਆਰ, ਮੇਨ ਹਥਿਆਰ ਸੀ। ਇੱਕ ਕਿਰਪਾਨ ਸੀ ਜੀ, ਟਾਲ ਸੀ, ਇੱਕ ਬਰਸ਼ਾ ਸੀ ਜੀ, ਇੱਕ ਤੋੜੇਦਾਰ ਬੰਦੂਕ ਸੀ। ਅੱਛਾ। ਹੁਣ ਉਹ ਜਿਹੜਾ ਤੋੜੇਦਾਰ ਬੰਦੂਕ ਹੈ ਉਹ ਇਹਨਾਂ ਨੂੰ ਨਹੀਂ ਮਿਲਦੀ ਜੀ। ਹੁਣ ਜਿਹੜਾ ਬਰਸ਼ਾ ਔਰ ਕਿਰਪਾਨ ਸੀਗਾ, ਉਹ ਜਿਹੜੇ ਪੰਜਾਬੀ ਮੁਸਲਮਾਨ, ਜ਼ਿਆਦਾ ਮੁਸਲਮਾਨ ਲੋਹਾਰ ਸੇ, ਉਹ ਬਣਾਉਂਦੇ ਸੀ ਪਿੰਡਾਂ ਵਿੱਚ। ਉਹ ਆਪਣੇ ਜਿਹੜੇ ਹੈਗੇ ਭੱਠੀ ਦੇ ਵਿੱਚ ਲੋਹਾ ਗਰਮ ਕਰ ਮਾਰ ਥੋੜੇ ਉੱਪਰ ਉਹਨਾਂ ਨੂੰ ਜਾ ਕੇ ਉਹ ਫਿਰ ਮਰੋ ਸਾਣ ਤੇ ਚਾੜ ਕੇ ਤਿੱਖੀਆਂ ਕਰਕੇ ਉਹ ਦੇਈ ਜਾਂਦੇ। ਔਰ ਸਿੰਘ ਸਾਹਿਬ ਪੰਜਾਬੀ ਮੁਸਲਮਾਨ ਲੋਹਾਰਾਂ ਨੇ ਹਥਿਆਰ ਬਹੁਤ ਬਣਾ ਕੇ ਦਿੱਤੇ ਜਾ ਕੇ ਇਸ ਸਿੱਖ ਮੂਵਮੈਂਟ 'ਚ। ਬੰਦੂਕ ਨਹੀਂ ਸੀ ਬਣਾ ਸਕਦੇ, ਬੰਦੂਕ ਨਾ ਸੀ ਬਣਦੇ ਜੀ, ਉਹ ਫਿਰ ਲੁੱਟਣੀ ਪੈਂਦੀ ਸੀ ਜੀ। ਉਹ ਬੰਦੂਕ ਜਿਹੜੀ ਸੀ ਉਹ ਫਿਰ ਲੁੱਟਦੇ ਸੀਗੇ। ਅੱਛਾ, ਇਹ ਸਿੱਖ ਮਿਸਲਾਂ ਦੇ ਕੋਲ ਆਰਟਿਲਰੀ ਨਹੀਂ ਸੀ, ਹੈ ਤੋਪਖਾਨਾ ਨਹੀਂ ਸੀ ਇਹਨਾਂ ਦੇ ਕੋਲ। ਕਿਉਂਕਿ ਤੋਪਖਾਨਾ ਜਿਹੜਾ ਸੀਗਾ ਜੀ, ਤੋਪਖਾਨਾ ਇਸ ਕਰਕੇ ਦੋ ਗੱਲਾਂ, ਇੱਕ ਤਾਂ ਇਹਨਾਂ ਦੇ ਸੋਰਸਸ ਨਹੀਂ ਸੀ ਹੈ, ਦੂਜਾ ਇਹ ਸੀ ਵੀ ਇਹਨਾਂ ਦੀ ਜਿਹੜਾ ਵਾਰ ਦਾ ਮੋਡ ਸੀਗਾ ਨਾ, ਮੋਡ ਆਫ ਵਾਰ ਜਿਹੜਾ ਸੀ ਉਹ ਗੁਰੀਲਾ ਵਾਰਫੇਅਰ ਸੀ। ਇਹ ਹਮਲਾ ਕਰਦੇ ਸੀਗੇ, ਹਮਲਾ ਕਰਕੇ ਉਹਨਾਂ ਦਾ ਨੁਕਸਾਨ ਪਹੁੰਚਾ ਦੇਣਾ। ਜਿਸ ਵੇਲੇ ਉਹ ਬੜੀਆਂ ਫੌਜਾਂ ਆਉਣੀਆਂ ਫਿਰ ਦੌੜ ਜਾਣਾ ਉਹਦੇ ਵਿੱਚ ਜਾ ਕੇ ਉੱਥੇ। ਤੇ ਉਹ ਜਿਹੜੀ ਤੋਪਖਾਨੇ ਨੂੰ ਫਿਰ ਇਹਦਾ ਭਜਾ ਕੇ ਲਿਜਾ ਨਾ ਸੀ ਸਕਦੇ ਹੁੰਦੇ। ਸੋ ਆਰਟਿਲਰੀ ਜਿਹੜੀ ਹੈਗੀ ਆ ਉਹ ਜਿਹੜੀ ਆ ਇਹਨਾਂ ਕੋਲ ਆਲਮੋਸਟ ਨਹੀਂ। ਸੋ ਉੱਥੇ ਇੱਕ ਤਾਂ ਇਹ ਫੈਸਲਾ ਹੋਇਆ ਵੀ ਜਿਹੜੇ ਹੈਗੇ ਉਹ ਅਸਲਾਖਾਨੇ 'ਚ ਉਹ ਬੰਦੂਕਾਂ ਲੁੱਟੋ। ਚੌਥਾ ਫੈਸਲਾ ਇਹ ਹੋਇਆ ਵੀ ਜਿਹੜੇ ਗੌਰਮੈਂਟ ਦੇ ਇਨਫੋਰਮਰ ਹੈ, ਟਾਊਟ ਆ, ਉਹਨਾਂ ਨੂੰ ਕਤਲ ਕੀਤਾ ਜਾਵੇ, ਉਹ ਮਾਰੇ ਜਾਣ ਜਾ ਕੇ, ਕਿਉਂਕਿ ਸਾਨੂੰ ਉਹ ਖਰਾਬ ਕਰ ਰਹੇ ਜਾ। ਇਹ ਫੈਸਲਾ ਉਸ ਦੇ ਵਿੱਚ ਸਰਬੱਤ ਖਾਲਸੇ 'ਚ ਹੋਇਆ। ਇਹ ਉਸ 1726 ਵਾਲੇ ਸਰਬੱਤ ਖਾਲਸੇ 'ਚ ਹੋਇਆ। ਅਗਲਾ ਜਿਹੜਾ ਸਰਬੱਤ ਖਾਲਸੇ ਦੀ ਮੀਟਿੰਗ ਹੁੰਦੀ ਇੰਪੋਰਟੈਂਟ, ਉਹ ਹੁੰਦੀ 1733 ਦੇ ਵਿੱਚ, ਜਿਸ ਵੇਲੇ ਜ਼ਕਰੀਆ ਖਾਂ ਇਹਨਾਂ ਨੂੰ ਆਫਰ ਕਰਦਾ ਹੈਗਾ 1 ਲੱਖ ਦੀ ਜਗੀਰ ਤੇ ਨਵਾਬ ਦਾ ਟਾਈਟਲ। ਉਹ ਫਿਰ ਲਿਆ ਕੇ ਸਰਬੱਤ ਖਾਲਸੇ ਦੇ ਵਿੱਚ ਰੱਖੀ ਗਈ ਜਾ ਕੇ, ਫਿਰ ਉਹਨੂੰ ਐਕਸੈਪਟ ਕਰਨਾ ਕਿ ਨਹੀਂ ਕਰਨਾ। ਉਸ ਵੇਲੇ ਇੱਕ ਕਪੂਰ ਸਿੰਘ ਜਾ ਕੇ, ਜਿਹੜਾ ਸਿੰਘਪੁਰੀਆ ਮਿਸਲ ਦਾ ਸਰਦਾਰ ਸੀਗਾ, ਜਾ ਕੇ ਫੈਜ਼ਲਪੁਰੀਆ ਵੀ ਕਹਿ ਦਿੰਦੇ ਉਹਨੂੰ, ਜਾ ਕੇ ਉਹ ਸੰਗਤਾਂ ਨੂੰ ਪੱਖਾ ਚੱਲਦਾ ਸੀ। ਪੱਖਾ ਉਸ ਵੇਲੇ ਹੁੰਦਾ ਸੀ, ਕਈਆਂ ਤਾਂ ਦੇਖਿਆ ਨਹੀਂ ਹੋਣਾ, ਗੱਬੇ ਹੱਥ ਪਾ ਕੇ ਤਾਂ ਜਿੰਜਾਂ ਨੂੰ ਐ ਕਰਦੇ ਹੁੰਦੇ ਸੀਗੇ। ਉਹ ਪੱਖਾ ਚੱਲਦਾ ਸੀ, ਤਾਂ ਉਹਨੇ ਨਵਾਬ ਦਾ ਟਾਈਟਲ ਉਹਨੂੰ ਦੇ ਦਿੱਤਾ ਵੀ ਚੱਲ ਤੂੰ ਵੀ ਬੜਾ ਜਰਨੈਲ ਵੀ ਚੰਗਾ ਆ, ਨਾਲੇ ਸੰਗਤ ਦੀ ਸੇਵਾ ਕਰਦਾ। 1733 ਦੇ ਵਿੱਚ ਉਹ ਹੋਇਆ ਜੀ।
ਅੱਛਾ, ਉਹ ਤੋਂ ਫਿਰ ਜਿਹੜਾ ਅਗਲਾ ਹੋਇਆ ਜੀ, ਉਹ ਤੋਂ ਅਗਲਾ ਹੁੰਦਾ ਫਿਰ 1748 ਵਾਲਾ, ਜਿਹੜਾ ਕਈ ਕਹਿੰਦੇ ਆ ਵੀ 1745-46 ਦੇ ਵਿੱਚ ਵੀ ਹੋਇਆ, ਜਿਸ ਵੇਲੇ 100 ਦੇ ਜਥੇ ਬਣਾਏ ਗਏ, ਪਰ ਉਹ ਮੇਰਾ ਖਿਆਲ ਐਡਾ ਅਹਿਮ ਨਹੀਂ ਸੀ ਹੈ ਜਾ ਕੇ ਉਹ ਉਹਦੇ ਤੇ ਹੋਇਆ ਜਾਵੇ। 1748 ਵਾਲਾ ਬਹੁਤ ਅਹਿਮ। ਹਾਂ, 1748 ਵਾਲਾ ਬਹੁਤ ਅਹਿਮ। ਹੁਣ 1748 ਵਾਲਾ ਕਿਉਂ ਅਹਿਮ ਹੈ ਜੀ, ਮੈਂ ਤੁਹਾਨੂੰ ਦੱਸਦਾ। ਇਹਦੇ ਵਿੱਚੋਂ ਇੱਕ ਤਾਂ ਇਹ ਆ ਵੀ ਨਾਦਰ ਸ਼ਾਹ ਦੇ ਹਮਲੇ ਨਾਲ 1739 ਦੇ ਨਾਲ ਸੈਂਟਰਲ ਗਵਰਨਮੈਂਟ ਕਾਫੀ ਕਮਜ਼ੋਰ ਹੋ ਗਈ, ਬਹੁਤ ਕਮਜ਼ੋਰ ਹੋ ਗਈ। ਦਿੱਲੀ ਸੀ ਉਦੋਂ? ਦਿੱਲੀ ਵਾਲੀ ਬਹੁਤ ਕਮਜ਼ੋਰ ਹੋਏ, ਕਿਉਂਕਿ ਨਾਦਰ ਸ਼ਾਹ ਨੇ ਬਹੁਤ ਨੁਕਸਾਨ ਕਰਤਾ, ਲੈ ਗਿਆ, ਲੁੱਟਮਾਰ ਕਰਕੇ, ਫਾਈਨੈਂਸ਼ੀਅਲੀ ਵੀ ਕਮਜ਼ੋਰ ਕਰ ਗਿਆ, ਪੋਲੀਟੀਕਲੀ ਵੀ ਕਮਜ਼ੋਰ ਕਰਦਾ, ਮਿਲੀਟਰੀਲੀ ਤੌਰ ਤੇ ਵੀ ਕਮਜ਼ੋਰ ਕਰ ਗਿਆ। ਸਿੱਖਾਂ ਨੂੰ ਪਤਾ ਲੱਗ ਗਿਆ ਇਸ ਗੱਲ ਤੇ ਵੀ ਹੁਣ ਉਹਨਾਂ ਵਿੱਚ ਉਹ ਜਾਨ ਨਹੀਂ ਰਹੀ, ਵੀ ਹੁਣ ਤਕੜੇ ਹੋ ਜਾਓ, ਹੁਣ ਤਕੜੇ ਹੋ ਕੇ ਇਹਦਾ ਮੁਕਾਬਲਾ ਕਰੋ। ਉਸ ਮੀਟਿੰਗ ਦੇ ਵਿੱਚ ਉਹਨੂੰ ਥੋੜਾ ਜਿਹਾ ਟਾਈਮ ਮਿਲ ਗਿਆ, ਕਿਉਂਕਿ ਉਧਰੋਂ ਅਬਦਾਲੀ ਦਾ ਹਮਲਾ ਵੀ ਪਹਿਲਾਂ ਹੋ ਗਿਆ ਸੀਗਾ। ਉੱਥੋਂ ਇਹ ਮੀਟਿੰਗ ਜਿਹੜੀ ਜਦੋਂ ਹੋਈ, ਇਸ ਮੀਟਿੰਗ ਦੇ ਵਿੱਚ 1748 ਵਾਲੀ ਮੀਟਿੰਗ ਦੇ ਵਿੱਚ ਪਹਿਲਾ ਫੈਸਲਾ ਇਹ ਕੀਤਾ ਗਿਆ, ਨਵਾਬ ਕਪੂਰ ਸਿੰਘ ਨੇ ਕਿਹਾ ਵੀ ਨਹੀਂ, ਮੈਂ ਬੁੱਢਾ ਹੋ ਗਿਆ ਜੀ, ਵੀ ਮੇਰੇ ਤੋਂ ਹੁਣ ਇਹ ਜ਼ਿੰਮੇਵਾਰੀ ਨਹੀਂ ਸਮਝੀ ਜਾਣੀ, ਕੋਈ ਨਵਾਂ ਲੀਡਰ ਚੁਣ ਲਓ ਤੁਸੀਂ। ਉਹ ਫਿਰ ਸਰਬੱਤ ਖਾਲਸੇ ਦੀ ਮੀਟਿੰਗ ਨੇ ਉਹਦੇ ਵਿੱਚ ਜੱਸਾ ਸਿੰਘ ਆਹਲੂਵਾਲੀਏ ਨੂੰ ਚੁਣ ਲਿਆ, ਲੀਡਰ ਚੁਣ ਲਿਆ ਸਰਬੱਤ ਖਾਲਸੇ ਦੇ। ਉਹ ਕਰਕੇ ਇੱਕ ਜਿਹੜਾ ਬੜਾ ਹੋਰ ਅਹਿਮ ਫੈਸਲਾ ਉਹਦੇ ਵਿੱਚ ਹੋਇਆ, ਉਸ ਦੇ ਵਿੱਚ ਉਹ ਹੋਇਆ ਵੀ ਉਸ ਵੇਲੇ ਸਿੱਖਾਂ ਦੇ 65 ਜਥੇ ਬਣ ਗਏ ਸੀ। 100 ਦੇ ਕਿਸੇ 'ਚ ਜ਼ਿਆਦਾ ਸੀ, ਕਿਸੇ 100 ਦੇ ਪਹਿਲਾਂ ਬਣੇ, ਕਹਿੰਦੇ 1745 ਦੇ, ਉਹ ਫਿਰ ਟੁੱਟ ਗਏ। ਉਹ ਫਿਰ 65 ਜਥੇ ਬਣ ਗਏ ਜੀ। ਉਹ 65 ਜਥਿਆਂ ਦੀ ਆਪਣੀ ਆਪਣੀ ਸਟਰੈਂਥ ਸੀਗੀ, ਕਿਸੇ ਕੋਲ ਜ਼ਿਆਦਾ ਸੀ, ਕਿਸੇ ਕੋਲ ਥੋੜੇ ਸੀ। ਉੱਥੇ ਫਿਰ ਫੈਸਲਾ ਇਹ ਕੀਤਾ ਗਿਆ ਵੀ ਇਹ 65 ਨੂੰ ਤੋੜ ਕੇ 12 ਜਥੇ ਬਣਾ ਦਿਓ। ਅੱਛਾ, 12 ਮਿਸਲਾਂ ਬਣਾਤੀਆਂ। 12 ਦੇ ਵਿੱਚੋਂ ਵੀ 11 ਹੀ ਮੈਂ ਤਾਂ ਕਹੂੰਗਾ, ਕਿਉਂ ਜਿਹੜੀ ਫੁਲਕੀਆਂ ਮਿਸਲ ਆ ਸਤਲੁਜ ਤੋਂ ਇੱਧਰਲੀ, ਇਹ ਬਹੁਤਾ ਉਹਦੇ ਵਿੱਚ ਪਾਰਟੀਸਪੇਟ ਨਹੀਂ ਸੀ ਕਰਦੀ ਹੁੰਦੀ, ਪਰ ਫਿਰ ਵੀ 12 ਮਿਸਲਾਂ 'ਚ ਇੱਕ ਤਾਂ ਫਿਰ 65 ਤੋਂ ਤੋੜ ਕੇ 12 ਮਿਸਲਾਂ ਬਣਾਤੀਆਂ ਗਈਆਂ। 12 ਮਿਸਲਾਂ ਦਾ ਆਪਣਾ ਆਪਣਾ ਸਰਦਾਰ, ਆਪਣਾ ਆਪਣਾ ਝੰਡਾ, ਆਪਣਾ ਆਪਣਾ ਨਗਾਰਾ ਹੁੰਦਾ ਸੀ, ਆਪਣੀ ਆਪਣੀ ਉਹਨਾਂ ਦੀ ਸਟਰੈਂਥ ਹੁੰਦੀ ਸੀ, ਤੇ ਆਪਣੀ ਆਪਣੀ ਉਹਨਾਂ ਦੀ ਮਿਸਲ ਸੀ ਜਿੱਤੇ ਲਿਖਿਆ ਜਾਂਦਾ ਸੀ ਵੀ ਇੰਨੇ ਸੋਲਜਰ ਆ ਇਸ ਮਿਸਲ ਦੇ ਕੋਲ। ਉਹਨੇ ਕਿਹਾ ਵੀ ਕੋਈ ਬੰਦਾ ਵੀ ਇਹਦਾ ਮੈਂਬਰ ਬਣ ਸਕਦਾ, ਕਿਸੇ ਵੀ ਮਿਸਲ ਦਾ ਮੈਂਬਰ ਬਣ ਸਕਦਾ, ਔਰ ਜਦ ਉਹਦਾ ਦਿਲ ਕਰੇ ਉਸ ਵੇਲੇ ਉਹ ਮਿਸਲ ਛੱਡ ਕੇ ਦੂਜੀ ਮਿਸਲ 'ਚ ਵੀ ਜਾ ਸਕਦਾ। ਅੱਛਾ, ਹਾਂ, ਪਰ ਉਹਦੀ ਵਫਾਦਾਰੀ ਜਿਹੜੀ ਜੱਸਾ ਸਿੰਘ ਆਹਲੂਵਾਲੀਏ ਨਾਲ ਜ਼ਰੂਰ ਰਹੂਗੀ। ਲੀਡਰ ਨਾਲ ਵਫਾਦਾਰੀ ਹੋਗੀ, ਦੂਜਿਆਂ ਨੇ ਉਹਦੇ ਵਿੱਚ ਉਹਨੂੰ ਖੋਲਿਆ, ਜਿੱਧਰ ਮਰਜ਼ੀ ਚੱਲ ਜਾਵੇ, ਉਹਨੂੰ ਕੋਈ ਗੱਲ ਨਹੀਂ ਹੈ, ਫਲੈਕਸੀਬਿਲਿਟੀ ਦੇਤੀ, ਫਲੈਕਸੀਬਿਲਿਟੀ ਹੋਣੀ। ਜਿੱਥੇ ਅਸੀਂ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਦੇ ਹਮੇਸ਼ਾ ਹੀ ਧੰਨਵਾਦੀ ਹਾਂ, ਕਿਉਂਕਿ ਐਸੀ ਵਡਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਹਨ, ਔਰ ਉੱਥੇ ਅਸੀਂ ਆਪਣੇ ਦਰਸ਼ਕਾਂ ਦੇ ਵੀ ਬਹੁਤ ਧੰਨਵਾਦੀ ਹਾਂ, ਜਿਹੜੇ ਕਿ ਐਸੇ ਸੈਗਮੈਂਟਸ ਨੂੰ ਬਹੁਤ ਹੀ ਭਰਮਾ ਹੁੰਗਾਰਾ ਦਿੰਦੇ ਹਨ। ਇਸ ਸੈਗਮੈਂਟ ਦੀ ਅਗਲੀ ਕਿਸ਼ਤ ਅਗਲੇ ਹਫ਼ਤੇ ਦੇ ਪ੍ਰੋਗਰਾਮ ਵਿੱਚ ਸ਼ਾਮਲ ਕੀਤੀ ਜਾਵੇਗੀ। ਜਦੋਂ ਆਪਾਂ ਕਲਾ ਦੀ ਗੱਲ ਕਰਦੇ ਹਾਂ, ਮੁਹਾਰਤ ਦੀ ਗੱਲ ਕਰਦੇ ਹਾਂ, ਸਿਆਣਪ ਦੀ ਗੱਲ ਕਰਦੇ ਹਾਂ, ਤਾਂ ਸਾਡਾ ਬਹੁਤਿਆਂ ਦਾ ਇਹੀ ਮੰਨਣਾ ਹੈ ਕਿ ਉਮਰ ਦੇ ਲਿਹਾਜ਼ ਦੇ ਨਾਲ ਔਰ ਤਜਰਬੇ ਦੇ ਨਾਲ ਇਹ ਚੀਜ਼ਾਂ ਹਾਸਲ ਹੁੰਦੀਆਂ ਹਨ। ਇਸੇ ਹੀ ਕਰਕੇ ਮੇਰਾ ਖਿਆਲ ਹੈ ਕਿ ਅਸੀਂ ਬਜ਼ੁਰਗ ਉਮਰ ਦੇ ਲੋਕਾਂ ਨੂੰ ਸਿਆਣੇ ਕਹਿੰਦੇ ਹਾਂ। ਪਰ ਅੱਜ ਕੱਲ੍ਹ ਦੇ ਜਿਹੜੇ ਬੱਚੇ ਹਨ, ਕਈ ਵਾਰੀ ਉਹਨਾਂ ਦੇ ਵਿੱਚ ਜਿਹੜੀ ਕਲਾ ਹੈ, ਉਹਨਾਂ ਦੀ ਜਿਹੜੀ ਸਿਆਣਪ ਹੈ, ਉਸ ਨੂੰ ਵੇਖ ਕੇ ਉਂਗਲਾਂ ਮੂੰਹ ਦੇ ਵਿੱਚ ਪੈ ਜਾਂਦੀਆਂ ਹਨ। ਆਓ ਪਹਿਲਾਂ ਕਲਾ ਦਾ ਨਮੂਨਾ ਇੱਕ ਵੇਖਦੇ ਹਾਂ। ਲੈ ਭੈਣੇ, ਅੱਜ ਤੈਨੂੰ ਮੇਰੇ ਵਾਲੇ ਦੀ ਗੱਲ ਸੁਣਾਨੀ ਆ। ਊਠਾਂ ਵਾਲਿਆਂ ਨੇ ਊਂਠ ਲੱਦੇ ਨੇ ਮਰਿੰਡੇ ਨੂੰ, ਊਠਾਂ ਵਾਲਿਆਂ ਨੇ ਊਂਠ ਲੱਦੇ ਨੇ ਮਰਿੰਡੇ ਨੂੰ। ਨੀ ਫੇਰ ਮੈਂ ਨੀ ਸਾਰੇ ਜਾਣਾ ਸਾਬਣ ਲਾਂਦਾ ਨੀ ਪਿੰਡੇ ਨੂੰ, ਮੈਂ ਨੀ ਸਾਰੇ ਜਾਣਾ ਸਾਬਣ ਲਾਂਦਾ ਨੀ ਪਿੰਡੇ ਨੂੰ, ਮੈਂ ਨੀ ਸਾਰੇ ਜਾਣਾ ਸਾਬਣ ਲਾਂਦਾ ਨੀ ਪਿੰਡੇ ਨੂੰ। ਕਿਸ਼ਤੂ ਦੀਆਂ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਬੋਲੀਆਂ ਜਿਹੜੀਆਂ ਕਿ ਬਹੁਤ ਹੀ ਦਿਲਕਸ਼ ਅੰਦਾਜ਼ ਦੇ ਵਿੱਚ ਹਨ, ਸਮੇਂ-ਸਮੇਂ ਤੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਹੁਣ ਇੱਕ ਹੋਰ ਸੈਗਮੈਂਟ ਤੁਹਾਡੇ ਵਾਸਤੇ ਪੇਸ਼ ਕਰਨਾ ਹੈ ਜੋ ਕਿ ਤੁਹਾਨੂੰ ਹੈਰਾਨ ਕਰ ਦੇਵੇਗਾ। ਇਹ ਇੱਕ ਐਸਾ ਬੱਚਾ ਹੈ ਜਿਹੜਾ ਕਿ ਰਾਜਸਥਾਨ ਤੋਂ ਹੈ। ਅੰਗਦ ਸਿੰਘ ਇਸ ਦਾ ਨਾਂ ਹੈ। ਕਿਸਾਨੀ ਮੋਰਚੇ ਦੇ ਵਿੱਚ ਪਹੁੰਚਿਆ ਹੋਇਆ ਹੈ। 8 ਸਾਲ ਦੀ ਇਸ ਦੀ ਉਮਰ ਹੈ। 3ਜੀ ਜਮਾਤ ਦਾ ਵਿਦਿਆਰਥੀ ਹੈ। ਉੱਥੇ ਪੱਤਰਕਾਰ ਇੰਟਰਵਿਊ ਕਰਨ ਦੇ ਵਾਸਤੇ ਆਉਂਦੇ ਹਨ। ਰਕੇਸ਼ ਟਕੈਤ ਜਿਹੜੇ ਕਿ ਯੂਪੀ ਤੋਂ ਕਿਸਾਨ ਆਗੂ ਹਨ, ਪਰ ਉੱਥੇ ਹੀ ਇਹ ਬੱਚਾ ਵੀ ਮੌਜੂਦ ਹੈ। ਤੇ ਰਕੇਸ਼ ਟਕੈਤ ਹੁਣੀ ਕਹਿੰਦੇ ਜਿਹੜੇ ਸਵਾਲ ਤੁਸੀਂ ਮੈਨੂੰ ਕਰਨੇ ਹਨ, ਇਸ ਬੱਚੇ ਤੋਂ ਹੀ ਪੁੱਛ ਲਓ। ਅੱਗੋਂ ਕੀ ਹੁੰਦਾ ਹੈ, ਆਓ ਵੇਖਦੇ ਹਾਂ। तो
अभी हमारे साथ राकेश टिकैत साहब हैं। आज का इंटरव्यू इनके नाम है, ये देंगे आज इंटरव्यू। ये जो भी बोलेंगे इसकी जिम्मेदारी आपकी रहेगी। हाँ, जो भी बोल लेंगे इनसे क्वेश्चन करो आप। बच्चे हैं, इनसे क्वेश्चन करो और इनका हौसला अफजाई भी करना है आपको। आप क्वेश्चन चलिए ज्यादा बातचीत ना करते हुए हम पूछ लेते हैं, आपका नाम क्या है? मेरा नाम अंगद सिंह है, मैं भरतपुर राजस्थान से हूँ। अच्छा, तो आप यहाँ क्यों आए हुए? मैं अपने हकों के लिए आया हूँ, अपने हक के लिए 3 काले कानून रद्द करवाने के लिए, एमएसपी की गारंटी के लिए। वो तो रद्द हो नहीं रहा। हाँ जी, वो तो रद्द हो नहीं रहा है, सरकार मान कहाँ रही है? सरकार मानेगी, भले ही वक्त लगेगा पर सरकार मानेगी। हमेशा अच्छी चीज में वक्त लगता है और इसमें भी वक्त लगेगा, पर हमारी मांग जरूर पूरी होंगी। और वो लोग तो कह रहे हैं कि ये जो बॉर्डर पे बैठे हैं किसान ही नहीं है। देखो, फिर रियल किसान है कहाँ? अगर ये किसान नहीं है, 500 किसानों की मौत हो गई है, अगर एक भी किसान मर जाता, एक भी किसान शहीद हो जाता, तो अगर ये नकली किसान होते तो सारे भाग जाते। और अब ये असली किसान है, इसलिए नहीं भाग रही, ये अपने हकों के लिए यहाँ पे डटे हुए हैं। अच्छा, कौन बताता है आप लोगों को इन सब कानूनों के बारे में, ये सारी बातें? मैं अपने पिताश्री के साथ 7 महीने यात्रा करी, 1 लाख किलोमीटर हम चल लिए हैं। हमने सुजानगढ़ में बीजेपी का विरोध करा था, काले झंडे दिखाए थे उनको। तो देखिए, मुझे अपने आप नॉलेज हो गई। जैसे जैसे जब मैं जाता हूँ बॉर्डरों पे, किसानों से मिलता हूँ, उनसे बात करता हूँ, ऐसे अपने आप नॉलेज हो गई। तो आप बात करते हो किसानों से, क्या बात करते हो? देखो, बात ये करते हैं कि आपको इन कानूनों के बारे में क्या लगता है। जिनको ये कानून सही लगते हैं उनसे भी मैं बात करता हूँ कि आपको इन कानूनों में क्या गलत लगता है, वो हमें बताओ। फिर चर्चा करते हैं हम सारे किसान मिलकर। किस क्लास में पढ़ते हैं आप? इन 3rd स्टैंडर्ड। 3rd स्टैंडर्ड में? मैं 8 इयर्स का हूँ। और इतनी सारी जानकारी, ये सब कुछ आप लोगों से बातचीत भी करते हैं, तो आप क्या कहना चाहेंगे पूरे देश के किसानों से? मैं पूरे देश के किसानों से कहना चाहूँगा कि आप उठिए, आप कहीं भी कोई भी बॉर्डर पे जा सकते हैं, टिगरी बॉर्डर जा सकते हैं, सिंघू बॉर्डर जा सकते हैं, शाहजहाँपुर बॉर्डर जा सकते हैं, पलवल बॉर्डर जा सकते हैं, आप यहाँ पे आ सकते हैं गाजीपुर बॉर्डर पे, तो आप यहाँ पे आइए। अगर आप इधर कहीं भी नहीं आ सकते तो आप अपने एरिया में ही आंदोलन करिए, उधर ही लोगों को जगाइए। लेकिन क्या आपको पता है कि मीडिया में कुछ लोग कहते हैं कि ये दरअसल किसान नहीं है, खालिस्तानी है, ये लोग मतलब आतंकवादी टाइप के लोग हैं। ये आप सुना है आपने कभी? सुना है, बहुत सुना है। अब आप इधर देख लीजिए, ये किस जगह से ये खालिस्तानी लगते हैं। अब यहाँ पे तो देखो, हर धर्म है, हिंदू है, मुस्लिम है, सिख है, ईसाई है, सारे धर्म है। ऐसे नहीं है बस सिख ही सिख है, यहाँ पे सारे धर्म है। अब आप बताइए कैसे खालिस्तानी हुआ ये, अगर सारे धर्म इधर आ रहे हैं। आपको ये भी कहा गया है कि, आपको ये पता है कि किसानों को लेकर ये कहा जाता था कि ये लोग आंदोलन नहीं कर रहे हैं, पिकनिक मनाने आए, आपको ये बात पता है? देखो, आप इनकी हालत देख सकते हैं, ये पिकनिक नहीं है। अगर पिकनिक होता ना तो ये अपने घर पे रोज जाते, घर से रोज आते। और ठीक है, अगर ये पिकनिक मना रहे होते ना तो 500 किसान जो शहीद हुए ना, एक भी, अभी मैंने आपको बताया, एक भी किसान शहीद होता है तो ये तो चले जाते, भैया एक शहीद हो गया किसान, चलो यहाँ से, हम तो पिकनिक मनाने आए हैं, यहाँ पे तो हमारा वैसे ही पिकनिक बन जाएगा। ऐसे हो जाता, फिर तो सारे वापस चले जाते। कौन चाहेगा तो ये बिल वापस हो जाएगा, आपको पता है? सारे किसान चाहेंगे। नहीं, सरकार में कौन चाहेगा? सरकार में देखिए कोई नहीं चाहता, क्योंकि सबको अपनी राजनीति की पड़ी है। कोई भी ऐसे नहीं है कि सारे वादे करते हैं और बाद में कुछ नहीं करते हैं। तो मोदी जी को जानते हैं आप? मोदी जी को कौन नहीं जानता। अब ये जो आपने 3 काले कानून बनाए हैं, इनको आप रद्द कर दीजिए और एमएसपी की गारंटी दे दीजिए, सारा मामला ही खत्म। आप एक बार सॉरी मांग लीजिए। अगर एक आपसे गलती हो गई है तो आप एक सॉरी मांग लीजिए, इसमें क्या जाता है। वो तो गलती मान नहीं रहे, वो कह रहे हैं किसान नहीं समझ रहे हैं, इस बिल से किसानों का फायदा है। देखो जी, ये हमारे लिए है ना, ये बिल किसानों के लिए, तो किसान डिसाइड करेगा ना। अगर मैं आपको मान लो एक उदाहरण देता हूँ, मैं आपको एक टॉफी दे रहा हूँ, आपको खानी नहीं है, आप कह रहे हो नहीं मुझे नहीं चाहिए, पर मैं जिद कर रहा हूँ नहीं आप खाओगे, आपकी जब सहमति नहीं है,
ऐसे समझ लो। ऐसे है कि बिल हमें सहमत ही नहीं है, जब हमें बिल ये चाहिए ही नहीं, फिर भी आप हमें क्यों दे रहे हो ज़बरदस्ती? हमें चाहिए ही नहीं। जिस आदमी को तुम गिफ्ट दे रहे हो उसको जब वो चाहिए ही नहीं, तुम उसको ज़बरदस्ती क्यों दे रहे हो? ये जो इन्होंने काम गलत करा है, इसके लिए सॉरी मांग ली जाए। सॉरी अगर आप मांगेंगे तो कोई बात नहीं, हम किसान वापस चले जाएंगे। आप हमारे क्या MSP की गारंटी दे दो, काले कानून वापस ले लो। और अगर उन्होंने सॉरी नहीं मांगा, बिल वापस नहीं किया तो हम यहाँ पे ही बैठेंगे जब तक बिल वापसी नहीं, तब तक घर वापसी नहीं। ਅਸੀਂ ਬਹੁਤ ਵਾਰੀ ਨਿਰਾਸ਼ ਹੋ ਜਾਈਦਾ ਹੈ ਕਿ ਸਾਡੇ ਉਸ ਮੁਲਕ ਦਾ ਕੀ ਬਣੇਗਾ ਜਿੱਥੇ ਅਸੀਂ ਜਨਮੇ ਹਾਂ, ਪਲੇ ਹਾਂ। ਇਤਿਹਾਸ ਦੀ ਕਿਰਨ ਵੀ ਵੱਜਦੀ ਹੈ ਜਦੋਂ ਅਸੀਂ ਇਹੋ ਜਿਹੇ ਬੱਚਿਆਂ ਨੂੰ ਵੇਖਦੇ ਹਾਂ, ਨੌਜਵਾਨਾਂ ਨੂੰ ਵੇਖਦੇ ਹਾਂ ਜਿਹੜੇ ਸਾਹਸ ਰੱਖਦੇ ਹਨ ਔਰ ਉਹਨਾਂ ਦੀ ਜਿਹੜੀ ਸੋਚ ਹੈ ਉਸ ਨੂੰ ਸਲਾਮ ਕਰਨੀ ਬਣਦੀ ਹੈ। ਇਤਿਹਾਸ ਦੀ ਕਾਰਨ ਇਹ ਵੀ ਵੱਜਦੀ ਹੈ ਕਿ ਹੋ ਸਕਦਾ ਹੈ ਆਜ਼ਾਦੀ ਦੀ ਜਿਹੜੀ ਇਹ ਦੂਜੀ ਜੰਗ ਕਹੀ ਜਾ ਰਹੀ ਹੈ ਇਸ ਨੂੰ ਜਿੱਤਿਆ ਜਾ ਸਕੇ ਅਤੇ ਇਹ ਜੋ ਬੱਚੇ ਸਾਡੇ ਕੱਲ੍ਹ ਦੇ ਨੇਤਾ ਹਨ ਸਾਡੇ ਇਸ ਮੁਲਕ ਦੀ ਵਾਗਡੋਰ ਸੰਭਾਲਣਗੇ ਅਤੇ ਦੇਸ਼ ਦਾ ਭਵਿੱਖ ਸੁਨਹਿਰਾ ਹੋ ਸਕਦਾ ਹੈ। ਉਮੀਦ ਕਰਦਾ ਹਾਂ ਸਾਡਾ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ। ਪ੍ਰੋਗਰਾਮ ਦੇ ਆਖਰ ਦੇ ਵਿੱਚ ਸਾਡੀ ਕਮਿਊਨਿਟੀ ਦੇ ਮਾਣ ਮੱਤੇ ਅਰਜਨ ਸਿੰਘ ਭੁੱਲਰ ਜਿਨ੍ਹਾਂ ਨੇ ਕਮਿਊਨਿਟੀ ਦਾ ਨਾਂ ਰੌਸ਼ਨ ਕੀਤਾ ਹੈ ਰੈਸਲਿੰਗ ਦੇ ਵਿੱਚ, ਉਹਨਾਂ ਦੀ ਉਸਤਤ ਦੇ ਵਿੱਚ ਇੱਕ ਗੀਤ ਆਇਆ ਹੈ, ਉਸ ਦੀ ਇੱਕ ਟੁਕੜੀ ਹਾਜ਼ਰ ਕਰਦੇ ਹਾਂ ਜਿਸ ਦੇ ਨਾਲ ਹੀ ਹੋ ਜਾਵੇਗੀ ਪ੍ਰੋਗਰਾਮ ਦੀ ਸਮਾਪਤੀ। ਬਲਜਿੰਦਰ ਸਿੰਘ ਅਟਵਾਲ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਇੱਥੇ ਹੀ ਇਜਾਜ਼ਤ ਦਿਓ। ਅਗਲੇ ਹਫਤੇ ਤੱਕ ਸਤਿ ਸ੍ਰੀ ਅਕਾਲ।